ਖਾਲਸਾ ਜੀ। ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ। ਪਰਮ ਸਨਮਾਨ ਆਵਰ ਸਾਹਿਬ ਕਮਾਲ बारगाहे नायत के मालक कलयुगी जीवों के उद्धार करता साहिबे सहाबा जोत रूप हर आप महिमा दे मालक तन 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 गुरु पिता श्री गुरुदेव गुरु ग्रंथ साहिब जी दे महान बरकतमयी नायतमयी श्री चरण कमलों च विराजमान गुरु प्यारी साध संगत गुरुदेव जी की महान इनायत का सदका साढ़े सारियां दे सिर ते मेहरमतमई रखे हथ का सदका जीवन का अज का दिन भी प्राप्त होया और इस नवे दिन की जो नवे जन्म समान है शाम अजीज़ुल नवाज गनीमुल खराज बेकसां रा यार गुरु गोबिंद सिंह साहिब जी दे चरण कमलों की खाक दे नाम करना नसीब होया। सतगुरु जी की यथा निवाजिश का सदका सौदर चौंकी दे कीर्तन हर कीरत हमरी रहरास आरती अरदास ते फिर साहिब जी दे हुक्मनामे आपने अपनी अपनी झोली च पवाए हैं। कुछ समा होर महिमा दे मालक तन 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 गुरु पिता मेरियां पीरियां दे दाते गुरु हरगोबिंद साहिब जी दियां अमृत जीवन गाथावां पावन जीवन कथड़ियां गुरु इतिहास विचार राहीं गुरु दीदार दी बरकत झोली च पै सके एकाग्रता अदब ते आनंद प्राप्त होवे इसलिए पेशतर छोटी जही ध्यान साधना है। दोवां हत्थां नूं हिरदे दे सामने जोड़दियां नेत्र बंद करके ऐसा गहराई तो महसूस करिए कि साडा सीस गुरु हरगोबिंद साहिब जी दे चरण कमलों ते टिकिया है ते साहिब जियां ने मेहर भरिया हथ साडे सिर ते रखिया होया। गुरुदेव जी दे शब्द रूपी कदमां नूं गलवकड़ी करदियां चरण चुमदियां होया गुरु की अमृत फतेह द्वारा सांझ बनाइए। वाहिगुरु जी का खालसा वाहिगुरु जी की फतेह। कल तक प्रेम सहित सरवण करदियां इतना आपने सरवण किया कि गुरु हरगोबिंद साहिब महाराज जी ने देखा कि जिहड़ा घोड़ा बहादुर बिधि चंद जी अपने बुद्धि बौद्धिक बल सदका लैके आए हैं इसका एक साथी घोड़ा लाहौर के किले विच रह गया जिस करके इस घोड़े का मन उदास है घाह तृण दाना नहीं खा रहा। भाई जोध राय जी ने भी बेनतियां कीतियां महाराज के चरणों च ते सतगुरु पातशाह जी ने बहादुर बाबा बिधि चंद साहिब जी नूं फरमाया बई या तो वह घोड़ा ले आओ या ये उत्थे ही पहुँचा दो। भाई जोध राय जी ने महाराज जी दे चरण पकड़े सच्चे पातशाह
ਇਹ ਆਇਆ ਹੋਇਆ ਘੋੜਾ ਉੱਥੇ ਪਹੁੰਚਾਉਣ ਦਾ ਜ਼ਿਕਰ ਨਾ ਕਰੋ, ਬਲਕਿ ਜਿਹੜਾ ਉੱਥੇ ਰਹਿ ਗਿਆ ਉਹਨੂੰ ਇੱਥੇ ਲਿਆਉਣ ਦਾ ਉਪਰਾਲਾ ਕਰੋ, ਉਹ ਇੱਥੇ ਆ ਜਾਵੇ। ਮਹਾਰਾਜ ਜੀ ਨੇ ਬਾਬਾ ਬਿਧੀ ਚੰਦ ਜੀ ਨੂੰ ਆਦੇਸ਼ ਕੀਤਾ, ਸੀਸਾਂ ਦਿੱਤੀਆਂ, ਜਿਸ ਸਦਕਾ ਮਹਾਨ ਪਵਿੱਤਰ ਆਤਮਾ ਗੁਰੂ ਕਾ ਸੀਨਾ, ਗੁਰੂ ਜੈਸੇ ਹਿਰਦੇ ਦੇ ਮਾਲਕ ਬਹਾਦਰ ਬਾਬਾ ਬਿਧੀ ਚੰਦ ਜੀ ਮਹਾਰਾਜ ਕੋਲੋਂ ਪਾਵਨ ਪਵਿੱਤਰ ਅਸੀਸਾਂ ਦੀ ਦਾਤ ਲੈ ਕੇ ਲਾਹੌਰ ਆ ਪਹੁੰਚੇ। ਵੱਡੀ ਧਰਮਸ਼ਾਲਾ ਵਿੱਚ ਆਏ, ਗੁਰਸਿੱਖਾਂ ਨੂੰ ਮਿਲੇ, ਬਹੁਤ ਪਰਸਪਰ ਖੁਸ਼ੀਆਂ ਬਣੀਆਂ। ਇਤਨੇ ਨੂੰ ਉਹਨਾਂ ਨੇ ਬਾਹਰ ਢੰਡੋਰਾ ਦਿੰਦਾ ਹੋਇਆ ਇੱਕ ਵਿਅਕਤੀ ਸੁਣਿਆ, ਆਵਾਜ਼ ਸੁਣੀ, ਜੋ ਪੀਪਾ ਜਾਂ ਨਗਾਰਾ ਆਦਿਕ ਗਲ 'ਚ ਪਾਇਆ ਸੀ, ਵਜਾ ਵਜਾ ਕੇ ਬਾ ਮੁਲਾਜ਼ਾ ਹੋਸ਼ਿਆਰ, ਮੈਂ ਪੇਸ਼ੇ ਖਿਦਮਤ ਵਿੱਚ ਹਾਜ਼ਰ ਹੋ ਕੇ ਸ਼ਾਹੀ ਫਰਮਾਨ ਤੁਹਾਨੂੰ ਸੁਣਾ ਰਿਹਾ ਕਿ ਜਿਹੜਾ ਘੋੜੇ ਦਿਲਬਾਗ ਦੀ ਖਬਰ ਦੇਵੇਗਾ ਉਹਨੂੰ ਮੂੰਹ ਮੰਗਿਆ ਇਨਾਮ ਦੇਵਾਂਗੇ, ਤੇ ਹੋਰ ਵੀ ਜੋ ਕੰਮ ਉਹਦੇ ਹੋਣਗੇ ਉਹ ਸਾਡੇ ਸੂਬੇਦਾਰ ਲਾਹੌਰ, ਇੱਕ ਤਰ੍ਹਾਂ ਦਾ ਬਾਦਸ਼ਾਹੀ ਹੈ, ਉਸ ਕੋਲੋਂ ਪੂਰੇ ਕਰਵਾਵਾਂਗੇ। ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਸੰਗਤ ਕੋਲੋਂ ਪਤਾ ਲੱਗ ਗਿਆ ਬਈ ਇਸ ਵੇਲੇ ਲਾਹੌਰ ਦੇ ਸੂਬੇਦਾਰ ਦਾ ਸਭ ਤੋਂ ਵੱਡਾ ਲਕਸ਼ ਹੈ ਘੋੜਾ ਪ੍ਰਾਪਤ ਕਰਨਾ, ਉਹਦਾ ਸੁਰਾਗ ਲੱਭਣਾ, ਸੁਰਾਗ ਨਹੀਂ ਲੱਭ ਰਿਹਾ। ਸਾਧ ਸੰਗਤ, ਜੇ ਕੋਈ ਬੰਦਾ ਕਿਸੇ ਦੀ ਜਾਨ ਲਵੇ, ਭਾਵੇਂ ਕਿਤਨਾ ਛੁਪਾ ਲਏ, ਸੁਰਾਗ ਲੱਭ ਜਾਂਦਾ, ਪਰ ਪਰਮਾਤਮਾ ਦੇਖਦਾ ਹੈ ਸਮਾਂ ਪੂਰਾ ਹੋ ਗਿਆ, ਪ੍ਰਾਣ ਹਰ ਲੈਂਦਾ ਹੈ, ਤੇ ਪਰਮਾਤਮਾ ਦਾ ਕੋਈ ਸੁਰਾਗ ਲੱਭਿਆ ਕਿਸੇ ਨੂੰ ਅੱਜ ਤੱਕ ਬਈ ਕਿਸ ਤਰ੍ਹਾਂ ਆਇਆ, ਕਿਸ ਤਰ੍ਹਾਂ ਗਿਆ, ਕਿਵੇਂ ਪ੍ਰਾਣ ਪੰਖੇਰੂ ਹਰ ਲਏ, ਕੋਈ ਸੁਰਾਗ ਨਹੀਂ ਲੱਭਦਾ। ਇਸ ਲਈ ਸਿਆਣੇ ਪੁਰਖਾਂ ਨੇ ਵੀ ਇਸ ਤਰ੍ਹਾਂ ਦੇ ਬੋਲ ਆਖੇ, ਰੱਬ ਇੱਕ ਗੁੰਝਲਦਾਰ ਬੁਝਾਰਤ, ਰੱਬ ਇੱਕ ਗੋਰਖ ਧੰਦਾ, ਪੇਚ ਇਸ ਦੇ ਖੋਲ੍ਹਣ ਲੱਗਿਆਂ ਗਾਫਲ ਹੋ ਜਾਏ, ਨਾਸਤਿਕ ਹੋ ਜਾਏ, ਕਾਫਰ ਹੋ ਜਾਏ ਬੰਦਾ। ਕਿਉਂ ਕਾਫਰ ਹੋ ਜਾਵੇਗਾ? ਕਿਉਂਕਿ ਸਾਹਮਣੇ ਇਹਨਾਂ ਅੱਖਾਂ ਨਾਲ ਦਿਖਾਈ ਨਹੀਂ ਪੈਂਦਾ। ਦੁਨੀਆ ਨੂੰ ਕੋਈ ਸੁਰਾਗ ਨਹੀਂ ਲੱਭਿਆ ਅੱਜ ਤੱਕ ਪਰਮਾਤਮਾ ਦਾ। ਇਸ ਲਈ ਬਹੁ ਗਿਣਤੀ ਦਾ ਇਹ ਸਵਾਲ ਹੈ, ਪਰਮਾਤਮਾ ਹੈ ਕਿੱਥੇ, ਗੁਰੂ ਹੈ ਕਿੱਥੇ? ਤੋ ਇਸ ਤਰ੍ਹਾਂ ਦੇ ਸਵਾਲ ਦੇ ਕੁਝ ਮਨ ਘੜੰਤ ਜਵਾਬ ਵੀ ਨੇ, ਵੀ ਉਹ ਤਾਂ 7ਵੇਂ ਅਸਮਾਨ 'ਤੇ ਰਹਿੰਦਾ ਹੈ। ਤੇ ਹੁਣ ਪੁੱਛੋ ਬਈ 7ਵਾਂ ਅਸਮਾਨ ਕਿੱਥੇ ਹੈਗਾ? ਉਹਦਾ ਵੀ ਨਹੀਂ ਪਤਾ, ਕੋਈ ਐਡਰੈਸ ਨਹੀਂ, 7ਵਾਂ ਅਸਮਾਨ ਕਿੱਥੇ ਹੈ। ਪਹਿਲੇ ਇੱਕ ਆਸਮਾਨ ਦੀ ਸੀਮਾ ਲੱਭਣੀ ਪਏਗੀ ਵੀ ਕਿੱਥੋਂ ਤੱਕ ਇੱਕ ਹੈ, ਫਿਰ ਦੂਜਾ ਕਿੱਥੇ ਸ਼ੁਰੂ ਹੁੰਦਾ ਹੈ, ਫਿਰ ਸਮਾਪਤ ਕਿੱਥੇ ਹੁੰਦਾ ਹੈ, ਤੇ 7ਵਾਂ ਕਿੱਥੇ ਲੱਭਣਾ ਪਏਗਾ। ਕੁਝ ਕੁ ਨੇ ਕਹਿ ਦਿੱਤਾ ਪੱਛਮ ਵਾਲੇ ਪਾਸੇ ਹੈ, ਕੁਝ ਕੁ ਨੇ ਕਿਹਾ ਦੱਖਣ ਵਾਲੇ ਪਾਸੇ ਹੈ। ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅੱਲੋ ਮੁਕਾਮਾ। ਫਿਰ ਹੋ ਸਕਦਾ ਹੈ ਕਿਸੇ ਨੂੰ ਪਰਮਾਤਮਾ ਦਾ ਕੋਈ ਸੁਰਾਗ ਮਿਲਿਆ ਹੀ ਨਾ ਹੋਵੇ, ਤੇ ਐਵੇਂ ਹੀ ਇਹ ਕਹਾਣੀਆਂ ਹੀ ਹੋਵਣ, ਐਵੇਂ ਇਹ ਦੰਦ ਕਥਾਵਾਂ ਹੋਵਣ। ਪਰ ਮਹਾਰਾਜ ਕਹਿੰਦੇ ਨਹੀਂ, ਐਸੀ ਗੱਲ ਨਹੀਂ ਹੈ। ਨੇੜਾ ਹੈ ਦੂਰ ਨਾ ਜਾਣਿਓ, ਦੂਰ ਨਹੀਂ ਹੈ, ਬਹੁਤ ਨੇੜੇ ਹੈ। ਪ੍ਰਤ ਪਾਲੈ ਪਿਆਉ ਦੇ, ਕਛ ਊਨ ਨਾ ਹੋਈ, ਸਾਸ ਸਾਸ ਸੰਭਾਲਤਾ ਮੇਰਾ ਪ੍ਰਭ ਸੋਈ।
फिर दिखे किवें प्राप्ति दीदार किवें होवे। तो महाराज कहते ने पुरखा इन्हां अखां नाल नहीं आउंदा जिहड़ियां अखां तेरे कोल ने, वो अखां दूजियां ने। नानक से अखड़ियां बयान जिनी दिसंदड़ो मां पिरी। मेरा प्यारा जिन्हां नेत्रां नाल दिखदा है वो नेत्र होर ने। महाराज जी ने कहा वो तो हथ भी होर ने। पै के चरण कर भाव के लोयण सुरत करे, नानक कहे सियाणिए इउं कंत मिलावा होए। कर मुक्तसर मैं गुजारिश करदा, गुरु साहब ने घोड़ा बहादुर बाबा बिधि चंद जी के सिर ते हथ रख के मंगवा लिया। सुराख नहीं इन्हों कोई मिलिया भी गया किधर। बड़े हैरान परेशान बई आसमान विच उड़ गया कि जमीन विच धस गया, खुरा खोज कोई है नहीं। वाकई मैं अर्ज करा जिस वेले कुछ पजलिंग पोजीशन बन जाए ना, बंदा परेशान होता, चिंतातुर होता है भी हो की गया, किधर चला गया, किवें हो गया। अनेकां अनेकां सवाल मनुख दे मानस पटल ते दिखाई पैंदे ने। इसलिए फिर पुराने समय तो एक तरीका है बई जो नहीं लभदा, कोई चोरी हो गई, कोई मुजरम नहीं पकड़िया जाता, फिर वह पुलिस ते प्रशासन इनाम रख देंदा बई इन्ना इनाम देवांगे जे कोई साडी मदद करे। उस तरह लोग लभण लग पैंदे। ये बहुत वड्डा इनाम रखा गया भी जिहड़ा खबर देवेगा मूँह मंगिया धन देवांगे। होर भी जो कम होणगे करांगे, जागीर मंगे जागीर देवांगे, धन मंगे धन देवांगे। ते जे दरबारे खास विच कोई मंत्री की पदवी लैनी चाहे वह भी देवांगे, पर दस्या जाए घोड़ा कित्थे। बहादुर बाबा बिधि चंद जी के मस्तक विच प्रभु ने विचार पाया। सब दे मस्तक च विचार प्रभु ही पाउंदा है। एक मनुख ने कोई काम करना है, फिर उस बारे विचार करता है, सोचता है, तो अगे परमात्मा विचार पा देंदा है। मकान बनाना है, परमात्मा विचार पा देंदा है। इस पासे दरवाज़ा रखना है, इन्ना चौड़ा इतना उच्चा रखना है, फिर इस तरह की इमारत होवेगी, वो सारा विचार अगों परमात्मा पा देंदा है। असी सोचते हैं बई मैं सोचा, महाराज कहते नहीं तू नहीं सोचा, मैं विचार तेरे मस्तक विच पाया। तो फिर वो बाहर सामने विचार आकार बन के सामने आ जाता है। पर विचारां दी शक्ति परमात्मा कोलों ही प्राप्त होंदी है। हर एक दे मन च विचार उही पाउंदा है। बहादुर बाबा बिधि चंद जी नूं जद पता चलिया बई ढंडोरा पिट रहे ने, होका दे रहे ने, तो इस वेले हुक्मरान नूं जिहड़ी सब तो वड्डी लोड़ है वो खुरा खोज दसन वाले दी है। इस वेले उहदी लोड़ ये हैगी। तो क्यों ना मैं खुरा खोज दसन वाला रमल विद्या का ज्ञाता या ज्योतिषी गणक का भेख बना लवां, तो मेरा शाही किले विच प्रवेश करना सौखा हो जाएगा। इस तरह की विऔंत गुरु ने उन्होंने मन में पा दी। भाई साहब भाई संतोख सिंह जी ने बड़ा सोहना लिखिया है बई मूँह मंगिया इनाम देण नूं तैयार है। पूरब सब अब रहो न जाई। उन्होंने मन में ये भी विचार आई कि पहले की तरह मैं किले विच हुण रह नहीं सकता। जिवें पहला घाई बन के कसेरा बन के मैं किले चला गया, घोड़े तक पहुँच गया, घोड़े नूं महाराज जी कोल पहुँचा दिता। हुण उस तरह अंदर मैं रह नहीं सकता, पछाणिया जावांगा। सदके जाइए भाई साहब भाई संतोख सिंह जी की लिखणी तो ये लिखणी नमस्कार करन दे काबल है। श्री गुरु ग्रंथ साहब महाराज गुरु गोबिंद सिंह साहब जी की पावन पवित्र बाणी तो बिना होर किसे
ਗ੍ਰੰਥ ਨੂੰ ਨਮਸਕਾਰ ਕਰਨ ਦੀ ਮਹਾਰਾਜ ਦੀ ਆਗਿਆ ਨਹੀਂ ਹੈ। ਇਸ ਲਈ ਗੁਰੂ ਗ੍ਰੰਥ ਸਾਹਿਬ ਵਾਂਗੂ ਤਾਂ ਮੱਥਾ ਨਹੀਂ ਟੇਕ ਸਕਦੇ, ਪਰ ਮੈਂ ਅਰਜ਼ ਕਰਾਂ ਇਹ ਲੇਖਣੀ ਹੈ ਨਮਸਕਾਰ ਦੇ ਕਾਬਲ। ਜਿਵੇਂ ਮਹਾਰਾਜ ਨੇ ਆਪ ਹੀ ਆਪਣੇ ਹੱਥ 'ਚ ਕਲਮ ਪਕੜ ਕੇ ਭਾਈ ਸਾਹਿਬ ਜੀ ਨੂੰ ਬਲ ਦੇ ਕੇ ਸੁਮਤ ਦੇ ਕੇ ਤੇ ਲਿਖਵਾ ਲਿਆ ਹੋਵੇ, ਇਸ ਤਰ੍ਹਾਂ ਨਾਲ ਬੋਧ ਹੁੰਦਾ। ਆਓ ਸਰਵਣ ਕਰੀਏ ਪੇਸ਼ਤਰ। ਇੱਕ ਵਾਰੀ ਆਖੋ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਇੱਕ ਦਫਾ ਫਿਰ ਸਾਰੇ ਗੱਜ ਕੇ ਆਖੋ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਪੂਰਬ ਸਮੇਂ ਅਵ ਰਹਿਓ ਨ ਜਾਈ। ਜਿਵੇਂ ਪਹਿਲਾਂ ਮੈਂ ਕਿਲੇ 'ਚ ਰਹਿ ਕੇ ਘਾਈ ਬਣ ਕੇ ਘੋੜੇ ਦੇ ਨਾਲ ਸੇਵਾ ਵਿੱਚ ਜੁਟ ਗਿਆ, ਹੁਣ ਉਸ ਤਰੀਕੇ ਨਾਲ ਤੇ ਰਹਿਣਾ ਮੁਸ਼ਕਲ ਹੈ। ਹਰ ਇੱਕ ਨਜ਼ਰ ਸ਼ੱਕ ਨਾਲ ਦੇਖੇਗੀ। ਕਿਮ ਗਮਨੋ ਬਾਜੀ ਜਿਸ ਤਪਥਾਈ। ਫਿਰ ਕਿਹੜਾ ਤਰੀਕਾ ਹੋਵੇ ਜਿੱਥੇ ਘੋੜਾ ਵੱਜਿਆ ਹੋਇਆ ਉਸ ਥਾਂ ਮੈਂ ਪਹੁੰਚ ਜਾਵਾਂ। ਨਿਸਮੈ ਨਹੀਂ ਪ੍ਰਵੇਸ਼ਨ ਪਾਵੋ। ਜੇ ਮੈਂ ਰਾਤ ਦੇ ਸਮੇਂ ਘੋੜੇ ਨੂੰ ਭਾਲਣ ਲਈ, ਘੋੜਾ ਲਿਆਉਣ ਲਈ ਪਹੁੰਚਿਆ ਤਾਂ ਰਾਤ ਨੂੰ ਪਹਿਰਾ ਹੋਰ ਵੀ ਸਖਤ ਹੁੰਦਾ। ਇਸ ਲਈ ਰਾਤ ਦੇ ਸਮੇਂ ਮੇਰੇ ਕੋਲੋਂ ਉੱਥੇ ਪਹੁੰਚਿਆ ਨਹੀਂ ਜਾਣਾ। ਜਿਮ ਕਿਮ ਬਰੋ ਨ ਪੁਨ ਨਿਕਸਾਵੋ। ਜੇ ਮੈਂ ਕਿਸੇ ਤਰ੍ਹਾਂ ਕਿਲੇ ਦੀ ਦੀਵਾਰ ਫਾਂਦ ਕੇ ਜਾਂ ਹੋਰ ਤਰੀਕੇ ਨਾਲ ਕਿਲੇ ਵਿੱਚ ਪ੍ਰਵੇਸ਼ ਪਾ ਵੀ ਗਿਆ ਤੇ ਬਾਹਰ ਨਹੀਂ ਨਿਕਲ ਸਕਾਂਗਾ, ਪਹਿਰਾ ਇੰਨਾ ਸਖਤ ਹੋਵੇਗਾ। ਜਿਹੜੇ ਸ਼ਹਿਰ ਦੀ ਹਰ ਬਾਜ਼ਾਰ ਗਲੀ ਵਿੱਚ ਪੀਪਾ ਵਜਵਾ ਰਹੇ ਨੇ, ਡੌਂਡੀ ਪਿਟਵਾ ਰਹੇ ਨੇ, ਇਹਨਾਂ ਉੱਥੇ ਵੀ ਤਕੜਾਈ ਰੱਖੀ ਹੋਵੇਗੀ। ਸਾਵਧਾਨ ਹੈ ਸੁਵਟ ਹਜ਼ਾਰੋਂ। ਬੜੇ ਵੈਲ ਟ੍ਰੇਨਡ ਸੂਰਮੇ ਬੜੇ ਸਾਵਧਾਨ ਨੇ, ਉਹ ਪੂਰੇ ਧਿਆਨ ਨਾਲ ਪਹਿਰਾ ਦੇ ਰਹੇ ਹਨ। ਅਟਕਾਵੇ ਕੇਤਕ ਤਬ ਮਾਰੋ। ਜੇ ਮੈਂ ਰਾਤ ਸਮੇਂ ਪ੍ਰਵੇਸ਼ ਕਰਨਾ ਚਾਹਾਂ, ਪਹਿਰੇਦਾਰਾਂ ਨੇ ਰੋਕਣਾ ਹੈ ਤੇ ਜੰਗ ਹੋ ਜਾਏਗਾ ਤੇ ਮੈਂ ਕਿੰਨਿਆਂ ਕੁ ਨੂੰ ਮਾਰਾਂਗਾ। ਭਾਵ ਹੋਰ ਦੇ ਹੋਰ ਆਈ ਜਾਣਗੇ, ਹੋਰ ਦੇ ਹੋਰ ਆਈ ਜਾਣਗੇ। ਨਹੀਂ ਜਾਣਦੇ ਹੈ ਇਸ ਰੀਤ। ਇਸ ਤਰ੍ਹਾਂ ਮੈਂ ਕਿਲੇ 'ਚ ਪ੍ਰਵੇਸ਼ ਨਹੀਂ ਕਰ ਸਕਾਂਗਾ। ਪਹਿਰੇਦਾਰ, ਅਹਿਲਕਾਰ, ਸਿਪਾਹ ਸਾਲਾਰ, ਸੈਨਾ ਆ ਜਾਏਗੀ ਤੇ ਮੈਨੂੰ ਰੁਕਣਾ ਪਵੇਗਾ। ਪਕਰੇ ਪਰੇ ਗਰੇ ਵਿਪਰੀਤ। ਤੇ ਜੇ ਕਿਸੇ ਤਰ੍ਹਾਂ ਮੈਂ ਪਕੜਿਆ ਗਿਆ ਉਹਨਾਂ ਸੈਨਾ ਦੁਆਰਾ ਤੇ ਮੇਰੇ ਫੜੇ ਗਿਆ ਉਲਟੀ ਜਿਹੜੀ ਹੈ ਉਹ ਕਲਾ ਬਣ ਜਾਏਗੀ, ਉਲਟੀ ਗੱਲ ਹੋ ਜਾਏਗੀ। ਸੋ ਬਲ ਤੇ ਮਤ ਉਪਾਏ ਹੋਏ ਰੂਰਾ। ਉਲਟੀ ਕੋਈ ਬਲਾ ਹੀ ਮੇਰੇ ਗਲ ਪੈ ਜਾਏਗੀ। ਭਾਵ ਇਸ ਤਰ੍ਹਾਂ ਜਾਣਾ ਵਿਪਤਾ ਰੂਪੀ ਬਲਾ ਗਲ ਪਾਉਣ ਵਾਲੀ ਗੱਲ ਹੈ। ਤੇ ਇਸ ਢੰਗ ਦੇ ਨਾਲ ਸੋ ਬਲ ਮਤ ਉਪਾਏ ਹੋਏ ਰੂਰਾ, ਜਿਹੜਾ ਇਸ ਤਰ੍ਹਾਂ ਜਿਹੜਾ ਬਲ ਹੈ ਉਹ ਹੋਰ ਜ਼ਿਆਦਾ ਉਹਨਾਂ ਦਾ ਵੱਧ ਜਾਏਗਾ। ਇਸ ਲਈ ਬਲ ਬੁੱਧੀ ਨਾਲ ਹੀ ਪ੍ਰਵੇਸ਼ ਹੋਵੇਗਾ ਔਰ ਇਸ ਤਰ੍ਹਾਂ ਕੋਈ ਸੋਹਣਾ ਉਪਾਅ ਹੋ ਜਾਏਗਾ। ਜਿਸ ਤੇ ਕਾਜ ਲਹਿ ਕਰ ਪੂਰਾ। ਤੇ ਮਹਾਰਾਜ ਮਿਹਰ ਕਰਨ, ਗੁਰੂ ਸਾਹਿਬ ਜੀ ਦੇ ਚਰਨ ਵੀ ਪਕੜੇ ਧਿਆਨ ਦੁਆਰਾ। ਮਹਾਰਾਜ ਮਿਹਰ ਕਰੋ, ਸੁਮਤ ਬਖਸ਼ੋ ਤੇ ਮੇਰਾ ਇਹ ਕਾਰਜ ਜੋ ਆਪ ਜੀ ਨੇ ਥਾਪਿਆ ਹੈ ਪੂਰਾ ਹੋ ਜਾਏ। ਅਸੀਂ ਹਰ ਰੋਜ਼ ਮਹਾਰਾਜ ਜੀ ਦੇ ਚਰਨਾਂ 'ਚ ਪ੍ਰਾਰਥਨਾ ਕਰਦੇ ਹਾਂ ਬਈ ਹੇ ਸੱਚੇ ਪਾਤਸ਼ਾਹ, ਤੇਰੀ ਮਿਹਰ ਨਾਲ ਬਾਣੀ ਦਾ ਪਾਠ ਹੋਇਆ, ਕੀਰਤਨ ਹੋਇਆ, ਕਥਾ ਵਿਚਾਰ ਹੋਈ ਹੈ ਤੇ ਅਨੇਕਾਂ ਹੀ ਤਰੁੱਟੀਆਂ ਰਹਿ ਗਈਆਂ ਨੇ, ਬਖਸ਼ ਲਵੋ, ਅੱਗੇ ਤੋਂ ਸੁਮਤ ਬਖਸ਼ੋ। ਮਹਾਰਾਜ ਕੋਲ ਰੋਜ਼ ਮੰਗਦੇ। ਜਿਤਨੇ ਮਹਾਰਾਜ ਜੀ ਦੇ ਪਾਵਨ ਪ੍ਰਕਾਸ਼ ਅਸਥਾਨ ਦੇ ਦਰਸ਼ਨ ਕਰਨ ਸੰਗਤਾਂ ਆਉਂਦੀਆਂ ਨੇ, 2 ਦਿਨ 4 ਦਿਨ ਜਿਤਨਾ ਸਮਾਂ ਮਹਾਰਾਜ ਬਖਸ਼ਦੇ ਨੇ, ਰਹਿੰਦੀਆਂ ਨੇ, ਤੇ ਫਿਰ ਜਾਣ ਲੱਗੇ ਉਹਨਾਂ ਦੇ ਨੇਤਰਾਂ ਜਲ ਹੁੰਦਾ, ਮਾਫੀ ਵੀ ਮੰਗਦੇ ਨੇ। ਮਹਾਰਾਜ ਇਤਨੇ ਦਿਨ ਤੁਹਾਡੇ ਚਰਨਾਂ 'ਚ ਵਿਚਰਦਿਆਂ ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ ਤੇ ਮਹਾਰਾਜ ਬਖਸ਼ ਲਵੋ, ਅੱਗੇ ਤੋਂ ਜਲਦੀ ਫਿਰ ਦੀਦਾਰ ਬਖਸ਼ੋ
ਤੇ ਨਾਲੇ ਸੁਮਤ ਬਖਸ਼ੋ। ਇਹ ਜ਼ਰੂਰ ਮੰਗਣੀ ਚਾਹੀਦੀ ਹੈ। ਸਤਿਗੁਰੂ ਆਪ ਮੰਗਦੇ ਨੇ, ਕਹਿੰਦੇ ਨੇ ਹਾਰ ਪਰਿਓ ਸੁਆਮੀ ਕੇ ਦੁਆਰੇ, ਦੀਜੈ ਬੁੱਧ ਵਿਵੇਕਾ, ਵਿਵੇਕ ਬੁੱਧੀ ਪ੍ਰਾਪਤ ਹੋਵੇ। ਇਸ ਢੰਗ ਦੇ ਨਾਲ ਭਾਈ ਸਾਹਿਬ ਮਹਾਰਾਜ ਜੀ ਦੇ ਚਰਨਾਂ 'ਚ ਬੇਨਤੀਆਂ ਕਰਦੇ ਨੇ ਕਿ ਸੋ ਬਲ ਮਤ ਉਪਾਏ ਹੋਏ ਰੂਰਾ, ਜਿਸਕੇ ਕਾਜ ਜਿਸ ਤੇ ਕਾਜ ਲਹੇ ਕਰ ਪੂਰਾ। ਮਹਾਰਾਜ ਬੁੱਧੀ ਬਲ ਬਖਸ਼ੋ ਜਿਸ ਨਾਲ ਕਾਰਜ ਸਫਲ ਹੋ ਜਾਵੇ। ਬਿਗੜ ਜਾਏ ਕਾਰਜ ਮੈਂ ਮਰੋ। ਮਹਾਰਾਜ ਸੱਚੇ ਪਾਤਸ਼ਾਹ, ਜੇ ਕਾਰਜ ਕਿਸੇ ਤਰ੍ਹਾਂ ਵਿਗੜ ਜਾਵੇ, ਨਾ ਹੋ ਸਕੇ, ਜੇ ਮੈਂ ਪਕੜਿਆ ਗਿਆ ਤਾਂ ਫਿਰ ਮੇਰਾ ਮਰਨਾ ਨਿਸ਼ਚਿਤ ਹੈ। ਗੁਰ ਜਿਸ ਗੁਰ ਅਪਵਾਦ ਜਗਤ ਮੈਂ ਕਰੋ। ਨਾਲੇ ਮਹਾਰਾਜ ਜੀ ਮੇਰੀ ਸ਼ਹੀਦੀ ਹੋ ਜਾਏਗੀ, ਨਾਲੇ ਆਪ ਜੀ ਦੇ ਜਸ ਦੇ ਬਾਰੇ ਵੀ ਲੋਕੀ ਆਖਣਗੇ ਬਈ ਇਹਨਾਂ ਦਾ ਸਿੱਖ ਚੋਰੀ ਕਰਦਾ ਪਕੜਿਆ ਗਿਆ। ਜਾਤੇ ਨੀਕੇ ਬਨੇ ਵਿਚਾਰਨ। ਇਸ ਲਈ ਮਹਾਰਾਜ ਸੱਚੇ ਪਾਤਸ਼ਾਹ ਚੰਗਾ ਇਹੀ ਹੈ, ਆਪ ਵਿਚਾਰ ਬਖਸ਼ੋ, ਸੁਮਤ ਬਖਸ਼ੋ ਤੇ ਬੁੱਧੀ ਬਲ ਨਾਲ ਕੰਮ ਸਰੇ। ਕਰੋ ਤੁਰੰਗ ਸੁਖੈਨ ਨਿਕਾਰਨ। ਐਸੀ ਕਲਾ ਵਰਤਾਓ ਬਈ ਸੌਖਾ ਹੀ ਮੈਂ ਘੋੜਾ ਲੈ ਕੇ ਤੇ ਬਾਹਰ ਆ ਜਾਵਾਂ ਤੇ ਆਪ ਜੀ ਦੇ ਚਰਨਾਂ ਵਿੱਚ ਪਹੁੰਚਾ। ਪਲਟੋਂ ਵੇਸ ਪਛਾਨੈ ਨਾਹੀ। ਫਿਰ ਮਹਾਰਾਜ ਜੀ ਵੱਲੋਂ ਅੰਦਰ ਹਿਰਦੇ 'ਚ ਵਿਚਾਰ ਆਇਆ ਕਿ ਭੇਸ ਬਦਲਣਾ ਚਾਹੀਦਾ, ਤੇ ਭੇਸ ਐਸਾ ਬਣੇ ਕਿ ਪਛਾਣ ਨਾ ਸਕਣ ਕਿ ਮੈਂ ਉਹੀ ਹਾਂ। ਫਿਰ ਉਹੀ ਪਛਾਣਿਆ ਨਾ ਜਾਵਾਂ, ਰੂਪ ਰੇਖਾ ਬਦਲਣੀ ਪਏਗੀ, ਕੱਪੜੇ ਹੋਰ ਤਰ੍ਹਾਂ ਦੇ ਪਾਉਣੇ ਪੈਣਗੇ, ਦਸਤਾਰ ਹੋਰ ਤਰ੍ਹਾਂ ਨਾਲ ਸਜਾਉਣੀ ਪਏਗੀ, ਬੋਲੀ ਦਾ ਲੱਭੋ ਲਹਿਜ਼ਾ ਵੀ ਬਦਲਣਾ ਪਏਗਾ, ਤੇ ਉਮਰ ਵੀ ਥੋੜੀ ਫਰਕ ਦਿਖਾਈ ਪਵੇ। ਇਸ ਤਰ੍ਹਾਂ ਦਾ ਕੋਈ ਲਿਬਾਸ, ਤੇ ਮੈਂ ਕਿਸੇ ਹੋਰ ਹੀ ਇਲਾਕੇ ਦਾ ਲੱਗਾ, ਇਸ ਤਰ੍ਹਾਂ ਦਾ ਕੋਈ ਲਿਬਾਸ ਵੀ ਬਣਾਉਣਾ ਪਏਗਾ। ਇਸ ਤਰ੍ਹਾਂ ਵਿਚਾਰਾਂ ਮਨ ਵਿੱਚ ਚੱਲ ਰਹੀਆਂ ਹਨ। ਬੁੱਧੀ ਬਲ ਕਰ ਮਿਲ ਤੁਰਕਨ ਮਾਹੀ। ਮਹਾਰਾਜ ਐਸੀ ਬਲਵਾਨ ਸਿਆਣੀ ਬਾਰੀਕ ਬੁੱਧੀ ਦੇਵੋ ਕਿ ਮੈਂ ਤੁਰਕਾਂ ਦੇ ਵਿੱਚ ਜਾ ਕੇ ਮਿਲ ਜਾਵਾਂ ਤੇ ਆਪ ਜੀ ਦੀ ਬਖਸ਼ੀ ਹੋਈ ਲਾਈ ਹੋਈ ਜ਼ਿੰਮੇਵਾਰੀ ਸੇਵਾ ਨਿਭਾ ਸਕਾਂ। ਅਬ ਖੋਜੀ ਕੀ ਚਾਹੇ ਕਨੇਰੋ। ਹੁਣ ਇਸ ਵੇਲੇ ਬਾਦਸ਼ਾਹ ਨੂੰ, ਭਾਵ ਲਾਹੌਰ ਦੇ ਸੂਬੇਦਾਰ ਨੂੰ, ਕਿਸੇ ਖੋਜੀ ਦੀ ਲੋੜ ਹੈਗੀ ਹੈ, ਜਿਹੜਾ ਖੋਜ ਕਰਕੇ ਦੱਸੇ ਵੀ ਘੋੜਾ ਕਿੱਥੇ ਗਿਆ ਹੈ। ਰੋਜ਼ ਪੁਕਾਰਤ ਕਰਤੇ ਫੇਰੋ। ਇਸ ਲਈ ਇਹ ਰੋਜ਼ ਹੀ ਗਲੀਆਂ ਬਾਜ਼ਾਰਾਂ ਵਿੱਚ ਡੌਂਡੀ ਪਿਟਵਾ ਰਹੇ ਹਨ। ਸੋ ਸਰੂਪ ਤਰ ਪਹੁੰਚੋ ਜਾਈ। ਇਹ ਚੰਗਾ ਵੇ ਮਹਾਰਾਜ ਮਿਹਰ ਕਰੋ ਤੇ ਮੈਂ ਜੋਤਸ਼ੀ ਦਾ ਰੂਪ ਧਾਰਨ ਕਰ ਲਾਂ ਤੇ ਜਾ ਪਹੁੰਚਾਂ ਉੱਥੇ। ਪਿੱਖੋਂ ਸਾਹੋ ਹੈ ਕੋ ਨਿਕਸਾਈ। ਔਰ ਇਸ ਤਰ੍ਹਾਂ ਪਿੱਖੋਂ ਸਾਹ ਹੈ ਕੋ ਨਿਕਸਾਈ, ਤੇ ਬਾਦਸ਼ਾਹ ਦੇ ਵੇਖਦਿਆਂ ਮੈਂ ਸਾਹਮਣੇ ਘੋੜਾ ਲੈ ਆਵਾਂ। ਹਾਂਜੀ, ਇਮ ਨਿਸਚੈ ਕਰ ਸੁਪਤਿਓ ਰਾਤੀ। ਇਸ ਤਰ੍ਹਾਂ ਮਨ ਵਿੱਚ ਮਨ ਨੇ ਜਵਾਬ ਦਿੱਤਾ ਵੀ ਇਹ ਤਰੀਕਾ ਠੀਕ ਰਹੇਗਾ। ਆਪਾਂ ਸਾਰੇ ਹੀ ਕੋਈ ਬਿਧ ਤੇ ਬਣਾਉਂਦੇ ਆ ਨਾ। ਤੁਸੀਂ ਪਟਨਾ ਸਾਹਿਬ ਆਉਣਾ ਸੀ ਤੇ ਕੋਈ ਬਿਧ ਬਣਾਈ ਵੀ ਇਸ ਤਰ੍ਹਾਂ ਟ੍ਰੇਨ ਫਲਾਣੇ ਥਾਂ ਤੋਂ ਪਕੜਾਂਗੇ, ਜਾਂ ਜਹਾਜ਼ ਤੇ ਜਾਵਾਂਗੇ, ਜਾਂ ਬਾਈ ਰੋਡ ਜਾਵਾਂਗੇ। ਹੁਣੇ ਕੁਝ ਸੱਜਣ ਆਏ ਨੇ 10 ਸਰੀਰ ਰਾਮਪੁਰਾ ਫੂਲ ਤੋਂ, ਮੈਨੂੰ ਦੱਸਦੇ ਪਏ ਸਨ ਬਈ ਆਪਣੀਆਂ ਕਾਰਾਂ ਦਿੱਲੀ ਖੜੀਆਂ ਕਾਰਾਂ ਆ, ਉੱਥੋਂ ਜਹਾਜ਼ ਲੈ ਕੇ ਪਹੁੰਚੇ। ਇਸ ਤਰ੍ਹਾਂ ਬੰਦਾ ਵਿਧੀ ਬਣਾਉਂਦਾ ਬਈ ਇੰਜ ਕਰਨਾ ਹੈ, ਇੰਜ ਕਰਨਾ ਹੈ, ਇਹ ਕਰਨ ਨਾਲ ਇਹ ਠੀਕ ਹੋ ਜਾਏਗਾ। ਇਸ ਤਰ੍ਹਾਂ ਵਿਧੀ ਜਿਹੜੀ ਹੈ ਉਹ ਬਹਾਦਰ ਬਾਬਾ ਵਿਧੀ ਚੰਦ ਜੀ ਬਣਾ ਰਹੇ ਹਨ। ਇਮ ਨਿਸਚੈ ਕਰ ਸੁਪਤਿਓ ਰਾਤੀ। ਇਸ ਤਰ੍ਹਾਂ ਮਨ ਵਿੱਚ ਦ੍ਰਿੜਤਾ ਕਰਕੇ ਵੀ ਇਹ ਤਰੀਕਾ ਮਹਾਰਾਜ ਦਾ ਬਖਸ਼ਿਆ ਠੀਕ ਹੈ, ਤੇ ਰਾਤ ਨੂੰ ਰਹਿਰਾਸ ਸੋਇਲੇ ਦਾ ਪਾਠ ਕਰਕੇ ਬਿਰਾਜ ਗਏ। ਸਤਿਗੁਰ ਸਿਮਰਤ ਜਾਗਿਓ ਪ੍ਰਾਤੀ। ਤੇ ਹੁੰਦਾ ਇਹ ਹੈ ਵੀ ਜਿਹੜਾ ਸਾਡਾ ਰਾਤ ਨੂੰ ਆਖਰੀ ਖਿਆਲ ਹੁੰਦਾ ਹੈ ਨਾ, ਜਦ ਅਸੀਂ ਸੌਂਦੇ ਹਾਂ ਨੀਂਦ ਵਿੱਚ, ਜਿਹੜਾ ਸਾਡਾ ਆਖਰੀ ਵਿਚਾਰ ਹੁੰਦਾ ਹੈ, ਉਹ ਸਵੇਰੇ ਜਾਗਣ ਵਾਲੇ ਪਹਿਲਾ ਵਿਚਾਰ ਉਹੀ ਹੁੰਦਾ। ਕਦੀ ਆਪ
ਇਸ ਗੱਲ ਨੂੰ ਜ਼ਰੂਰ ਅਜਮਾ ਕੇ ਦੇਖਣਾ। ਸੋਹਿਲੇ ਦਾ ਪਾਠ ਕਰਨ ਤੋਂ ਬਾਅਦ ਜਦ ਬਿਰਾਜ ਜਾਓ ਤੇ ਬਾਣੀ ਦੀ ਕੋਈ ਪੰਕਤੀ ਵਿਚਾਰਨ ਲੱਗ ਪੈਣਾ, ਜਾਂ ਉਹਨੂੰ ਆਪਣੀ ਸੁਰਤ ਵਿੱਚ ਜਪਣ ਲੱਗ ਪੈਣਾ। ਜਪਜੀ ਸਾਹਿਬ ਹੈ, ਚੌਪਈ ਸਾਹਿਬ ਹੈ, ਜੋ ਬਾਣੀ ਤੁਹਾਨੂੰ ਸਰਲ ਹੈ ਉਹ ਆਪਣੇ ਬਿਰਾਜੇ ਅਵਸਥਾ ਵਿੱਚ ਹੀ ਪੜ੍ਹਨੀ ਸ਼ੁਰੂ ਕਰੋ, ਤੇ ਸਵੇਰੇ ਉਠੋਗੇ ਉਹ ਪੰਕਤੀ ਚੱਲਦੀ ਹੋਵੇਗੀ। ਜਿਵੇਂ ਰਾਤ ਨੂੰ ਕੋਈ ਵਿਦਿਆਰਥੀ ਆਪਣਾ ਸਬਕ ਪੜ੍ਹਦਾ ਪੜ੍ਹਦਾ ਸੌਂ ਜਾਂਦਾ ਨਾ, ਤਾਂ ਸਵੇਰੇ ਫਿਰ ਉਸੇ ਪੰਨੇ ਤੋਂ ਸ਼ੁਰੂ ਕਰਦਾ, ਔਰ ਉਸੇ ਪੰਨੇ ਤੋਂ ਹੀ ਸ਼ੁਰੂ ਨਹੀਂ ਕਰਦਾ, ਉਸੇ ਲਾਈਨ ਤੋਂ ਸ਼ੁਰੂ ਕਰਦਾ। ਅਸੀਂ ਖੁਦ ਵੀ ਰੋਜ਼ ਦੇਖਦੇ ਹਾਂ, ਜਿੱਥੇ ਕੱਲ ਕਥਾ ਸਮਾਪਤ ਹੋਈ ਸੀ ਅੱਜ ਉੱਥੋਂ ਹੀ ਸ਼ੁਰੂ ਹੋਈ, ਅੱਜ ਜਿੱਥੇ ਸਮਾਪਤ ਹੋਵੇਗੀ ਕੱਲ ਫਿਰ ਉੱਥੋਂ ਹੀ ਸ਼ੁਰੂ ਹੋਏਗੀ। ਇਸ ਤਰ੍ਹਾਂ ਸਾਡਾ ਜਨਮ ਵੀ ਹੈ। ਜਿਤਨੀ ਕੋਈ ਬੰਦਗੀ ਕਰ ਲੈਂਦਾ ਹੈ, ਅਗਰ ਪਾਰ ਬ੍ਰਹਮ ਪਰਮੇਸ਼ਵਰ ਦੀ ਮਿਹਰ ਸਦਕਾ ਉਹ ਮੁਕਤ ਹੋਣ ਤੋਂ ਰਹਿ ਜਾਏ, ਤੇ ਅਗਲੇ ਜਨਮ ਵਿੱਚ ਬੰਦਗੀ ਫਿਰ ਉੱਥੋਂ ਹੀ ਸ਼ੁਰੂ ਹੋ ਜਾਂਦੀ। ਮੈਨੂੰ ਕਈ ਮਾਤਾ ਪਿਤਾ ਮਿਲਦੇ ਨੇ, ਕਹਿੰਦੇ ਨੇ ਸਾਡੇ ਬੱਚੇ ਨੇ ਪਹਿਲਾ ਸ਼ਬਦ ਬੋਲਿਆ ਹੀ ਵਾਹਿਗੁਰੂ ਹੈ। ਮੈਂ ਕਿਹਾ ਵਾਹਿਗੁਰੂ ਵਾਹਿਗੁਰੂ ਕਰਦਾ ਹੀ ਚਲਾ ਗਿਆ ਸੀ, ਤੇ ਹੁਣ ਵਾਹਿਗੁਰੂ ਵਾਹਿਗੁਰੂ ਕਰਦਾ ਹੀ ਆ ਗਿਆ। ਇਹ ਵਾਹਿਗੁਰੂ ਵਾਹਿਗੁਰੂ ਕਰਦਾ ਹੀ ਵਾਹਿਗੁਰੂ ਵਿੱਚ ਅਭੇਦ ਹੋ ਜਾਏਗਾ। ਇਸੇ ਤਰ੍ਹਾਂ ਅਗਲਾ ਜਨਮ ਵੀ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ ਜਿੱਥੇ ਅਸੀਂ ਸਮਾਪਤ ਕੀਤਾ। ਭਾਈ ਸਾਹਿਬ ਭਾਈ ਬਹਾਦਰ ਬਾਬਾ ਬਿਧੀ ਚੰਦ ਜੀ ਇਸ ਤਰ੍ਹਾਂ ਵਿਚਾਰ ਕਰਦਿਆਂ ਕਰਦਿਆਂ ਬਿਰਾਜੇ, ਤੇ ਫਿਰ ਸਵੇਰੇ ਸ਼ਾਮ ਨੂੰ ਜਪਦਿਆਂ ਹੋਇਆਂ ਬਿਰਾਜੇ, ਤੇ ਸਵੇਰੇ ਜਪਦੇ ਹੋਏ ਉੱਠੇ। ਉਹਨਾਂ ਦਾ ਜਾਗਣਾ ਜਪਦਿਆਂ ਹੋਇਆ ਹੋਇਆ। ਸਲਤਾ ਕੋਲ ਦੂਰ ਹੀ ਜਾਏ, ਤੇ ਫਿਰ ਦਰਿਆਏ ਅਰਾਵਤੀ ਦੇ ਕਿਨਾਰੇ ਦੂਰ ਤੱਕ ਨਿਕਲ ਗਏ ਬਹਾਦਰ ਬਾਬਾ ਬਿਧੀ ਚੰਦ ਜੀ। ਸੋਚ ਸਨਾਨ ਕਿਨੇ ਮਨ ਭਾਏ, ਸੋਚ ਇਸ਼ਨਾਨ ਕੀਤਾ ਬੜੇ ਪ੍ਰੇਮ ਨਾਲ। ਟਰੇ ਦੁਪਹਿਰੇ ਪੁਰ ਕੋ ਮੁਰਿਓ, ਉਤਨੀ ਦੇਰ ਫਿਰ ਕਿਨਾਰੇ ਤੇ ਬੈਠ ਕੇ ਫਿਰ ਜਪ ਜੁੜੇ ਰਹੇ, ਫਿਰ ਅਰਦਾਸਾਂ ਕਰਦੇ ਰਹੇ। ਕਿਸੇ ਵੀ ਪ੍ਰਯਾਸ ਤੋਂ ਪਹਿਲੇ ਅਰਦਾਸ ਜ਼ਰੂਰੀ ਹੈ। ਜੇ ਅਰਦਾਸ ਨਹੀਂ ਹੋਈ ਪ੍ਰਯਾਸ ਸਫਲ ਨਹੀਂ ਹੋਵੇਗਾ। ਪ੍ਰਯਾਸ ਦਾ ਮਤਲਬ ਯਤਨ, ਕੋਈ ਯਤਨ ਕਰਨਾ, ਕਿਸੇ ਆਰੰਭਤਾ ਦਾ ਯਤਨ ਕਰਨਾ, ਕੋਈ ਕੰਮ ਆਰੰਭ ਕਰਨਾ, ਕੋਈ ਔਸ਼ਧੀ ਲੈਣੀ ਹੈ, ਕੋਈ ਬਿਮਾਰੀ ਉਹਦਾ ਇਲਾਜ ਸ਼ੁਰੂ ਕਰਨਾ ਹੈ। ਇਲਾਜ ਪ੍ਰਯਾਸ ਹੈ, ਤੇ ਉਹ ਪ੍ਰਯਾਸ ਸਫਲ ਹੋ ਜਾਏ ਇਸ ਲਈ ਅਰਦਾਸ ਹੈ। ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰ, ਕੀਤਾ ਲੋੜੀਐ ਕੰਮ ਸੋ ਹਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸੱਚ ਸਾਖੀ ਹੈ। ਇਸ ਲਈ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਜ਼ਰੂਰੀ ਹੈ। ਅਗਰ ਸਾਧ ਸੰਗਤ ਕੋਈ ਬੰਦਾ ਜਾਪ ਨਹੀਂ ਵੀ ਨਾ ਕਰ ਸਕਿਆ ਕਿਸੇ ਕਾਰਨ ਕਰਕੇ, ਕੋਈ ਮੈਂ ਜਾਪ ਤੋਂ ਤੁਹਾਨੂੰ ਅਲੱਗ ਨਹੀਂ ਕਰ ਰਿਹਾ, ਵੀ ਸਮਝੋ ਵੀ ਅਲੱਗ ਕਰ ਰਿਹਾ। ਜਾਪ ਜ਼ਰੂਰੀ ਹੈ, ਨਿਤਨੇਮ ਜ਼ਰੂਰੀ ਹੈ, ਪਰ ਕੋਈ ਐਸੀ ਇੰਤਹਾਈ ਮਜਬੂਰੀ ਹੋ ਗਈ ਨਹੀਂ ਹੋ ਸਕਿਆ, ਪਰ ਅਰਦਾਸ ਜ਼ਰੂਰ ਕਰੋ। ਮਹਾਰਾਜ ਕੋਲੋਂ ਮਾਫੀ ਜ਼ਰੂਰ ਮੰਗੋ, ਸੱਚੇ ਪਾਤਸ਼ਾਹ ਅੱਜ ਮੇਰੇ ਇਸ ਕਾਰਨ ਕਰਕੇ ਮੈਂ ਜਾਪ ਨਹੀਂ ਕਰ ਸਕਿਆ, ਮੈਨੂੰ ਮਾਫ ਕਰ ਦਿਓ, ਤੇ ਕੱਲ ਤੋਂ ਦਾਤ ਮੇਰੀ ਝੋਲੀ 'ਚ ਪਾ ਦਿਓ। ਅਰਦਾਸ ਹਰ ਹਾਲ ਵਿੱਚ ਜ਼ਰੂਰੀ ਹੈ। ਜਿਵੇਂ ਜਿਹੜੇ ਲੋਕ ITR ਫਿਲ ਕਰਦੇ ਨੇ ਨਾ, ਜਿਹੜੇ ਆਪਣੀ ਆਮਦਨ ਦਾ ਕਰ ਚੁਕਾਉਂਦੇ ਨੇ ਗੌਰਮੈਂਟ ਨੂੰ, ਕੋਈ ਜ਼ਰੂਰੀ ਨਹੀਂ ਹੈ ਵੀ ਟੈਕਸ ਦੇਣਾ ਹੀ ਜ਼ਰੂਰੀ ਹੈ। ਅਗਰ ਟੈਕਸ ਤੋਂ ਥੱਲੇ ਵੀ ਆਮਦਨ ਹੈ, ਪਰ ITR ਭਰਨੀ ਜ਼ਰੂਰੀ, ਰਿਟਰਨ ਭਰਨੀ ਜ਼ਰੂਰੀ। ਜੇ ਰਿਟਰਨ ਨਹੀਂ ਭਰਦਾ ਫਿਰ ਚੋਰ ਹੈ। ਜਾਪ ਕਰਨਾ ਹੈ, ਨਿਤਨੇਮ ਕਰਨਾ ਹੈ, ਇਬਾਦਤ ਪ੍ਰਸਤਿਸ਼ ਕਰਨੀ ਹੈ, ਪਰ ਜੇ ਕਿਸੇ ਦਿਨ ਕਿਸੇ ਕਾਰਨ ਕਰਕੇ ਕੋਈ ਬਿਮਾਰੀ ਹੈ, ਕੋਈ ਹੋਰ ਕਾਰਨ ਹੈ, ਨਹੀਂ ਹੋ ਸਕਿਆ, ਤਾਂ ਵੀ ਅਰਦਾਸ ਜ਼ਰੂਰੀ ਕਰਨੀ ਤੇ ਮਾਫੀ ਮੰਗਣੀ। ਮਹਾਰਾਜ ਮੇਰੇ ਕੋਲੋਂ ਗਲਤੀ ਹੋ ਗਈ, ਮੇਰੇ ਇਸ ਕਾਰਨ ਕਰਕੇ ਮੈਂ ਨਹੀਂ ਕਰ ਸਕਿਆ, ਤੇ ਕੱਲ ਤੋਂ ਮੇਰੀ ਝੋਲੀ 'ਚ ਦਾਤ ਪਾ ਦਿਓ, ਮੈਂ ਇਸ ਦਾਤ ਤੋਂ ਵਾਂਝਾ ਨਾ ਰਹਿ ਜਾਵਾਂ। ਸਾਰਾ ਦਿਨ ਜਾਪ ਕਰਦੇ ਰਹੇ, ਅਰਦਾਸਾਂ ਕਰਦੇ ਰਹੇ,
ਤੇ ਇਸ ਤਰ੍ਹਾਂ ਦਿਨ ਢਲ ਗਿਆ। ਹਾਂਜੀ, दाव आपको निश्चय करियो। ਔਰ ਇਸ ਤਰ੍ਹਾਂ ਆਪਣਾ ਜਿਹੜਾ ਦਾਅ ਹੈਗਾ ਹੈ, ਦਾਅ ਆਮ ਕਰਕੇ ਖੇਡ ਵਿੱਚ ਚੱਲਦਾ ਹੈ। ਅਸੀਂ ਆਪਣੀ ਕੋਸ਼ਿਸ਼ ਨੂੰ ਦਾਅ ਕਹਿ ਦਿੰਦੇ ਹਾਂ ਵੀ ਫਲਾਣੇ ਨੇ ਆਹ ਦਾਅ ਚੱਲਿਆ। ਕੁਸ਼ਤੀ ਦੇ ਮੈਦਾਨ ਵਿੱਚ, ਅਖਾੜੇ 'ਚ ਵੀ ਲੋਕੀ ਕਹਿੰਦੇ ਨੇ ਫਲਾਣੇ ਪਹਿਲਵਾਨ ਨੇ ਇਹ ਦਾਅ ਲਗਾਇਆ ਤੇ ਉਹ ਜਿੱਤ ਗਿਆ। ਭਾਵ ਯਤਨ ਕੀਤਾ, ਤਰੀਕਾ ਅਪਣਾਇਆ, ਢੰਗ ਰੱਖਿਆ। ਤੇਰੇ ਸਿੱਖ ਬਹੁੜਾ ਨਾਮੂ। ਇਸ ਤਰ੍ਹਾਂ ਦੇ ਨਾਲ ਭਾਈ ਜੀ ਨੂੰ ਇਹ ਨਿਸ਼ਚਾ ਹੋ ਗਿਆ, ਬਹਾਦਰ ਬਾਬਾ ਬਿਧੀ ਚੰਦ ਜੀ ਨੂੰ। ਤੇ ਉੱਤੇ ਇੱਕ ਬਹੋੜਾ ਨਾਮ ਦਾ ਸਿੱਖ ਹੈ ਲਾਹੌਰ ਵਿੱਚ। ਹਾਂਜੀ, ਰਹਿ ਬਜਾ ਜੀ ਕੋ ਇਹ ਕੰਮ। ਇਹਦਾ ਕੰਮ ਕੱਪੜੇ ਦਾ ਬਿਜ਼ਨਸ ਹੈਗਾ, ਬਜਾਜ ਹੈ, ਬਜਾਜੀ ਇਹਦਾ ਕੰਮ ਹੈਗਾ ਹੈ। ਤਿਸ ਕੇ ਸਦਨ ਪਰਵੇਸਿਓ ਜਾਏ। ਬਹਾਦਰ ਬਾਬਾ ਬਿਧੀ ਚੰਦ ਜੀ ਨੇ ਸੋਚਿਆ ਵੀ ਹੋਰ ਕਿਸੇ ਜਾਣ ਨਾਲੋਂ ਇਹ ਜਿਹੜਾ ਬਹੋੜਾ ਖੱਤਰੀ ਹੈ ਇਹਦੇ ਘਰ ਜਾਣਾ, ਬਜਾਜ ਦੇ ਘਰ ਜਾਣਾ, ਜਿਹੜਾ ਕੱਪੜੇ ਦਾ ਕੰਮ ਕਰਦਾ ਉਹ ਜ਼ਿਆਦਾ ਚੰਗਾ ਸਹਾਇਕ ਰਹੇਗਾ। ਉਹਨਾਂ ਦੇ ਮਹਿਲ ਘਰ ਵਿੱਚ ਆ ਗਏ। ਹਾਂਜੀ, ਦੇਖਤ ਉਠਿਓ ਪਾਉ ਅਧਿਕਾਏ। ਭਾਈ ਬਹੋੜਾ ਖੱਤਰੀ ਨੇ ਜਦ ਦੇਖਿਆ ਵੀ ਬਹਾਦਰ ਬਾਬਾ ਬਿਧੀ ਚੰਦ ਆਏ ਨੇ, ਉਹਨਾਂ ਨੂੰ ਇਹ ਤਾਂ ਨਹੀਂ ਪਤਾ ਵੀ ਇਹ ਕੌਣ ਨੇ, ਨਾਮ ਤਾਂ ਨਹੀਂ ਜਾਣਦੇ, ਪਰ ਇਹ ਦੇਖਿਆ ਬਈ ਕੋਈ ਗੁਰਸਿੱਖ ਆਇਆ, ਬਾਣੀ ਪੜ੍ਹਦਾ ਪੜ੍ਹਦਾ ਕੋਈ ਗੁਰਸਿੱਖ ਆਇਆ, ਗੁਰੂ ਦਾ ਨਿਵਾਜਿਆ ਹੋਇਆ ਕੋਈ ਗੁਰਸਿੱਖ ਆਇਆ ਹੈ। ਤੇ ਅੱਗੋਂ ਉੱਠ ਕੇ ਮਿਲੇ ਤੇ ਬਹੁਤ ਚਾਅ ਆਓ ਭਗਤ ਕੀਤਾ। ਹਰੀ ਪਰਸਪਰ ਬੰਧਨ ਦੋ। ਦੋਵਾਂ ਨੇ ਹੱਥ ਜੋੜ ਕੇ ਨਮਸਕਾਰ ਕੀਤੀ, ਪੈਰੀਂ ਪਾਉਣਾ ਜਗ ਵਰਤਾਇਆ, ਸਨਮਾਨ ਨਾਲ ਝੁਕੇ। ਹਿਰਦੇ ਆਨੰਦਤ ਖੱਤਰੀ ਸੋ। ਇਹ ਬਹੋੜਾ ਨਾਮ ਦਾ ਖੱਤਰੀ ਬੜਾ ਪ੍ਰਸੰਨ ਹੈ ਆਪਣੇ ਹਿਰਦੇ ਵਿੱਚ। ਓ ਮੁਸਾਹਿਬ ਤੂੰ ਮਤ ਭਾਰਾ। ਆਖਿਆ ਤੂੰ ਤਾਂ ਗੁਰੂ ਦਾ ਹੀ ਰੂਪ ਹੈਗਾ, ਗੁਰੂ ਹੀ ਵਰਗਾ ਹੈ ਤੇ ਭਾਰੀ ਮਤ ਵਾਲਾ ਗੁਰਸਿੱਖ ਹੈ। ਪਾਵਨ ਕੀਨੋ ਸਦਨ ਹਮਾਰਾ। ਤੇ ਆਪਣੇ ਚਰਨ ਪਾ ਕੇ ਸਾਡਾ ਘਰ ਪਵਿੱਤਰ ਕਰ ਦਿੱਤਾ। ਸਾਡੇ ਘਰ ਦੇ ਭਾਗ ਜਾਗੇ ਹਨ ਜੋ ਤੁਸੀਂ ਆਏ ਹੋ। ਰੁਚਰ ਪ੍ਰਿਅੰਕ ਡਸਾਵਨ ਕੀਨਾ। ਬਹੁਤ ਸੋਹਣਾ ਬਣਾਇਆ ਹੋਇਆ ਪਲੰਗ ਉਹਨਾਂ ਲਈ ਵਿਛਾਇਆ ਗਿਆ। ਤਹਿ ਬਿਠਾਏ ਬਰ ਆਦਰ ਦੀਨਾ। ਬੜਾ ਸੋਹਣਾ ਬਿਸਤਰਾ ਵਿਛਾ ਕੇ ਸਾਫ ਸੁਥਰਾ ਤੇ ਬੜੇ ਸਨਮਾਨ ਨਾਲ ਹੱਥ ਜੋੜ ਕੇ ਆਖਿਆ ਇਸ ਪਲੰਗ ਤੇ ਬਿਰਾਜੋ। ਤੁਸੀਂ ਸਿੱਖ ਦੇ ਰੂਪ ਵਿੱਚ ਗੁਰੂ ਸਾਹਿਬ ਹੀ ਆਏ ਹੋ, ਇਸ ਲਈ ਤੁਸੀਂ ਇਸ ਸੋਹਣੇ ਪਲੰਗ ਤੇ ਬਿਰਾਜੋ। ਦੰਪਤ ਮਿਲੇ ਕਰ ਪਾਏ ਪਖਾਰੇ। ਤੇ ਦੋਹਾਂ ਜੀਆਂ ਨੇ ਮਿਲ ਕੇ ਭਾਈ ਬਹੋੜਾ ਜੀ ਤੇ ਉਹਨਾਂ ਦੀ ਧਰਮ ਸੁਪਤਨੀ ਦੋਹਾਂ ਨੇ ਮਿਲ ਕੇ ਭਾਈ ਜੀ ਦੇ ਚਰਨ ਧੋਤੇ, ਜਲ ਨਾਲ ਚਰਨ ਧੋਤੇ ਹਨ। ਸੋ ਜਲ ਸੀਸ ਬਦਨ ਮੈਂ ਡਾਰੇ। ਫਿਰ ਉਹ ਜਿਹੜਾ ਚਰਨਾਂ ਵਾਲਾ ਜਲ ਸੀ ਨਾ, ਜਿਹਦੇ ਨਾਲ ਸਿੱਖ ਦੇ ਚਰਨ ਧੋਤੇ, ਬਹਾਦਰ ਬਾਬਾ ਬਿਧੀ ਚੰਦ ਜੀ ਦੇ ਚਰਨ ਧੋਤੇ, ਉਹ ਜਿਹੜਾ ਜਲ ਸੀ ਆਪਣੇ ਮਸਤਕ ਤੇ, ਆਪਣੇ ਸਰੀਰ ਤੇ, ਆਪਣੇ ਚਿਹਰੇ ਤੇ ਛੱਟੇ ਮਾਰੇ। ਸਕਲ ਸਦਨ ਕੋ ਸਿੰਚਨ ਕਰ ਫਿਰ ਉਹ ਕੇ। ਜਿਹੜਾ ਜਲ ਸੀ ਕੇਵਲ ਆਪਣੇ ਮਸਤਕ ਤੇ, ਨੇਤਰਾਂ ਵਿੱਚ, ਆਪਣੇ ਸਰੀਰ ਤੇ ਹੀ ਨਹੀਂ ਛੱਟਿਆ, ਆਪਣੇ ਸਾਰੇ ਘਰ ਵਿੱਚ ਵੀ ਉਹ ਸਿੱਖ ਦੇ ਚਰਨਾਂ ਦਾ ਅੰਮ੍ਰਿਤ ਜਾਣ ਕਰਕੇ ਛਿੜਕਿਆ ਗਿਆ। ਆਪਣੇ ਦੀਰਘ ਭਾਗ ਵਿਚਰ ਕੇ। ਔਰ ਇਸ ਤਰ੍ਹਾਂ ਦੇ ਨਾਲ ਆਪਣੇ ਦੀਰਘ ਭਾਗ ਵਿਚਰ ਕੇ, ਬਈ ਸਾਡੇ ਬਹੁਤ ਵੱਡੇ ਭਾਗ ਹਨ ਜੋ ਸਤਿਗੁਰੂ ਦੇ ਸਿੱਖ ਦਾ ਸਾਡੇ ਘਰ ਆਉਣਾ ਹੋਇਆ ਹੈ। ਖਟ ਰਸ ਕੇ ਭੋਜਨ ਕਰਵਾਏ। ਬਹੁਤ ਸਵਾਦਲੇ ਭੋਜਨ ਜਿਹੜੇ ਸਨ ਉਹ ਤਿਆਰ ਕੀਤੇ ਗਏ ਸੇ ਰਸਾਂ ਦੇ। ਸਨਮਾਨਤ ਤਰ ਪਾਉ ਤੇ ਅਚਾਏ। ਬਹੁਤ ਸਨਮਾਨ ਨਾਲ ਪੱਖਾ ਚੱਲਦਿਆਂ ਹੋਇਆਂ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਭੋਜਨ ਕਰਾਇਆ। ਪਤ ਹੋਏ ਕਰ ਪਾਨ ਪਖਾਰੇ। ਤੇ ਜਦ ਭੋਜਨ ਛਕ ਲਿਆ ਫਿਰ ਉਹਨਾਂ ਦੇ ਹੱਥ ਧੁਲਾਏ ਗਏ। ਬਹੁਤ ਸ਼ਰਧਾ ਸਤਿਕਾਰ ਨਾਲ ਇਹ ਭਾਈ ਬਹੋੜਾ ਤੇ ਉਹਨਾਂ ਦੀ ਧਰਮ ਸੁਪਤਨੀ ਸਾਰਾ ਪਰਿਵਾਰ ਹੀ ਸੇਵਾ 'ਚ ਲੱਗੇ ਹੋਏ ਹਨ। ਬਹੁਰ ਬਹੋੜਾ ਬਿਨੈ ਉਚਾਰੇ। ਫਿਰ ਜਦ ਭਾਈ ਜੀ ਨੇ ਭੋਜਨ ਕਰ ਲਿਆ, ਹੱਥ ਧੋ ਲਏ ਤੇ ਬੈਠੇ ਹਨ,
ਤੇ ਫਿਰ ਭਾਈ ਬਹੋੜਾ ਜੀ ਨੇ ਬੇਨਤੀ ਕੀਤੀ ਹੈ, ਮਮਲਾ ਇੱਕ ਜੋ ਸੇਵਾ ਹੋਏ। ਆਖਣ ਲੱਗੇ ਸਾਡੇ ਧੰਨ ਭਾਗ ਜੋ ਆਪ ਗੁਰਸਿੱਖ ਪਧਾਰੇ ਹੋ, ਤੇ ਇਹ ਗੁਰੂ ਰੂਪ ਗੁਰਸਿੱਖ ਜੀਓ ਜੋ ਸਾਡੇ ਲਾਇਕ ਸੇਵਾ ਹੋਵੇ ਦੱਸ ਦਿਓ, ਅਸੀਂ ਕੀ ਸੇਵਾ ਕਰੀਏ। ਫੁਰਮਾਵੋ ਸਭ ਕਰਹੁ ਸੋਏ। ਇਹ ਗੁਰਸਿੱਖ ਜੀ ਕੋਈ ਆਪਣੇ ਮਨ ਵਿੱਚ ਚਿੰਤਾ ਨਹੀਂ ਕਰਨੀ, ਜੋ ਵੀ ਸੇਵਾ ਹੋਵੇਗੀ ਅਸੀਂ ਤੁਹਾਡੀ ਕਰਾਂਗੇ। ਹਾਂਜੀ, ਤ੍ਰਿਪਤ ਹੋਏ ਕਰ ਪਾਨ ਪਖਾਰੇ। ਔਰ ਇਸ ਤਰ੍ਹਾਂ ਦੇ ਨਾਲ ਜੋ ਵੀ ਸੇਵਾ ਹੋਵੇ ਫਰਮਾਓ ਸਭ ਕਰਹੁ ਸੋਏ। ਹਾਂਜੀ, ਗੁਰ ਸਮ ਤੁਮਰੀ ਟਹਿਲ ਪਛਾਨੋ। ਇਹ ਗੁਰਸਿੱਖ ਜੀ ਸਾਡੇ ਭਾਗ ਹਨ, ਸੁਭਾਗ ਹਨ। ਅਸਲ ਵਿੱਚ ਤੁਹਾਡੀ ਸੇਵਾ ਗੁਰੂ ਨਾਨਕ ਦੀ ਸੇਵਾ ਦੇ ਬਰਾਬਰ ਹੈ। ਐਸੇ ਲਈ ਤਾਂ ਗੁਰੂ ਰੂਪ ਸਾਧ ਸੰਗਤ ਕਹਿੰਦੇ ਨੇ ਵੀ ਸਾਧ ਸੰਗਤ ਗੁਰਸਿੱਖ ਬੈਠੇ ਨੇ, ਇਹ ਗੁਰੂ ਦਾ ਰੂਪ ਨੇ। ਹੋਰ ਕੀ ਕਾਰਨ? ਹਰ ਸਿੱਖ ਵਿੱਚ ਗੁਰੂ ਦਾ ਦੀਦਾਰ ਕਰਨਾ, ਇਹ ਵੱਡਾ ਸੁਭਾਗ ਹੋਵੇ, ਬੰਦਗੀ ਹੋਵੇ ਤਾਂ ਇਹ ਦ੍ਰਿਸ਼ਟੀ ਬਣਦੀ ਹੈ। ਇੱਕ ਸਰੇ ਮੈਂ ਆਪਣੀ ਜਾਨੋ। ਮੇਰੇ ਵੱਡੇ ਭਾਗ ਹਨ ਜੋ ਆਪ ਜੀ ਦੇ ਦੀਦਾਰ ਹੋਏ ਹਨ। ਕਹਿਤ ਸੋ ਸੁਖ ਚਹਿ ਰਹੀ ਹੈ ਲੇਹੀ। ਔਰ ਇਸ ਤਰ੍ਹਾਂ ਦੇ ਨਾਲ ਕਹਿਤ ਨਾ ਸੁਖ ਚਾਹੀਏ ਲੈ, ਕੋਈ ਸੰਕੋਚ ਕਰਨ ਦੀ ਲੋੜ ਨਹੀਂ ਹੈ। ਜੋ ਆਪ ਆਖੋਗੇ ਅਸੀਂ ਉਹ ਆਪ ਜੀ ਦੀ ਸੇਵਾ ਵਿੱਚ ਹਾਜ਼ਰ ਕਰਾਂਗੇ। ਪੂਰਨ ਸਿੱਖ ਗੁਰੂ ਸਨੇਹੀ। ਕਿਉਂਕਿ ਤੇਰਾ ਲਿਬਾਸ, ਤੇਰੇ ਬਚਨ, ਤੇਰੇ ਨੇਤਰ, ਤੇਰੇ ਹਾਵ ਭਾਵ ਇਹ ਗੱਲ ਦੱਸਦੇ ਨੇ ਤੂੰ ਕੋਈ ਗੁਰੂ ਦਾ ਪੂਰਨ ਸਿੱਖ ਹੈ, ਕੋਈ ਗੁਰੂ ਨਾਲ ਜੁੜਿਆ ਹੋਇਆ ਸਿੱਖ ਹੈ। ਵਿਧੀ ਚੰਦ ਪਿਖ ਪਾਓ ਵਖਾਨੀ। ਇਸ ਤਰ੍ਹਾਂ ਦੇ ਨਾਲ ਜਦ ਭਾਵਨਾ ਦੇਖੀ ਬਹਾਦਰ ਬਾਬਾ ਵਿਧੀ ਚੰਦ ਜੀ ਨੇ, ਸਿਆਣਪ ਦੀ ਇੰਤਹਾ ਤਾਂ ਉਹ ਹੈਗੇ ਹੀ ਨੇ, ਤਾਂ ਫਿਰ ਉਹਨਾਂ ਨੇ ਇਸ ਤਰ੍ਹਾਂ ਆਖਿਆ, ਸੁਭ ਪੋਸਿਸ ਇੱਕ ਹਿੰਦੁਸਤਾਨੀ। ਆਖਣ ਲੱਗੇ ਹੋਰ ਕੁਝ ਨਹੀਂ ਚਾਹੀਦਾ, ਇੱਕ ਹਿੰਦੁਸਤਾਨੀ ਪੋਸ਼ਾਕ ਚਾਹੀਦੀ ਹੈ। ਰਾਜਸਥਾਨ ਵਾਲੇ ਪਾਸੇ ਭਾਵ ਜਿਹੜੀ ਪੋਸ਼ਾਕ ਪੰਜਾਬੀ ਪਾਉਂਦੇ ਨੇ ਉਹ ਨਾ ਹੋਵੇ। ਉਹਨਾਂ ਦਿਨਾਂ ਜੋ ਪੰਜਾਬ ਦੇ ਲੋਕਾਂ ਦੀ ਪੋਸ਼ਾਕ ਹੋਵੇਗੀ, ਜਿਵੇਂ ਅੱਜ ਵੀ ਸਾਡੇ ਗੁਰਸਿੱਖਾਂ ਦੀ ਪੋਸ਼ਾਕ ਹੈ, ਸਿਰ 'ਤੇ ਦਸਤਾਰ ਹੁੰਦੀ ਹੈ, ਅੰਮ੍ਰਿਤਧਾਰੀ ਹੁੰਦਾ, ਕਕਾਰ ਹੁੰਦੇ ਨੇ, ਪਛਾਣ ਹੈ, ਦਾੜਾ ਹੁੰਦਾ, ਕੇਸ ਹੁੰਦੇ ਨੇ। ਤੇ ਜੇ ਹੋਰ ਕਿਸੇ ਪ੍ਰਾਂਤ ਦਾ ਹੈ ਤਾਂ ਉਹ ਹੋਰ ਤਰ੍ਹਾਂ ਦਾ ਉਹਦਾ ਰੂਪ ਹੁੰਦਾ। ਉਹਨਾਂ ਦਿਨਾਂ ਦੀ ਆਮ ਭਾਸ਼ਾ ਵਿੱਚ ਜੋ ਸਾਰਾ ਕਰਾਚੀ, ਲਾਹੌਰ, ਇਹ ਸਾਰੇ ਏਰੀਆ ਸੀ, ਇਹ ਸਾਰਾ ਪੰਜਾਬ ਤੇ ਇਸ ਤੋਂ ਬਾਹਰ ਦੇ ਏਰੀਏ ਨੂੰ ਹਿੰਦੁਸਤਾਨੀ ਕਹਿ ਦਿੰਦੇ ਸੀ। ਉਸ ਪਾਸੇ ਦੀ ਜੋ ਪੋਸ਼ਾਕ ਹੈ ਵੱਖਰੀ ਵੱਖਰੀ ਹੁੰਦੀ। ਤੁਸੀਂ ਯੂਪੀ ਦੇ ਕੁਝ ਇਲਾਕਿਆਂ 'ਚ ਦੇਖੋ, ਉਹ ਧੋਤੀ ਬੰਨ੍ਹਦੇ ਨੇ, ਸਿਰ 'ਤੇ ਟੋਪੀ ਪਾਉਂਦੇ ਨੇ। ਇਸ ਤਰ੍ਹਾਂ ਸਾਊਥ ਵਾਲੇ ਪਾਸੇ ਦੀ ਧੋਤੀ ਦਾ ਵੀ ਤਰੀਕਾ ਹੋਰ ਹੈਗਾ। ਇੱਧਰ ਕੁਝ ਹੋਰ ਅੱਗੇ ਲੁੰਗੀ ਬੰਨ੍ਹ ਲੈਂਦੇ ਨੇ। ਵੱਖ-ਵੱਖ ਇਲਾਕਿਆਂ ਦੀ ਵੱਖ-ਵੱਖ ਪੋਸ਼ਾਕ ਹੁੰਦੀ, ਪਤਾ ਚੱਲਦਾ ਵੀ ਇਹ ਕਿਹੜੇ ਇਲਾਕੇ ਦਾ ਹੈ। ਉਸ ਪੰਜਾਬ ਤੋਂ ਬਾਹਰ ਦੇ ਪਹਿਰਾਵੇ ਨੂੰ ਹਿੰਦੁਸਤਾਨੀ ਲਿਬਾਸ ਕਹਿੰਦੇ ਸੀ। ਰਾਜਸਥਾਨੀ ਲੋਕ ਪਗੜੀ ਬੰਨ੍ਹਦੇ ਸਨ। ਉਹਨਾਂ ਦੇ ਢੰਗ ਦੀ ਜੋ ਲਿਬਾਸ ਹੋਵੇ, ਆਖਣ ਲੱਗਾ ਇੱਕ ਸੋਹਣੀ ਪੋਸ਼ਾਕ ਹਿੰਦੁਸਤਾਨੀ ਇਲਾਕੇ ਦੀ ਵਾਂਗੂ। ਸੋ ਬਨਵਾਏ ਦੇਹੋ ਅਬ ਮੋਹੀ। ਹੋਰ ਤਾਂ ਮੈਨੂੰ ਕੁਝ ਨਹੀਂ ਚਾਹੀਦਾ, ਬਸ ਇੱਕ ਪੋਸ਼ਾਕ ਬਣਵਾ ਦਿਓ। ਹਾਂਜੀ, ਇਹੀ ਸੇਵ ਸਭ ਲਾਇਕ ਤੋਹੀ। ਇਹੀ ਸੇਵਾ ਹੈ ਜੋ ਤੁਸੀਂ ਕਰਨੀ। ਮੈਂ ਅਰਜ਼ ਕਰਾਂ, ਬੜਾ ਮਹਾਨ ਹਿਰਦਾ ਹੈ ਭਾਈ ਸਾਹਿਬ ਜੀ ਦਾ, ਬਹਾਦਰ ਬਾਬਾ ਵਿਧੀ ਚੰਦ ਜੀ ਦਾ। ਨਹੀਂ ਤੇ ਕੋਈ ਹੋਰ ਹੁੰਦਾ ਤੇ ਅਗਲਾ ਸੇਠ ਕਹਿ ਦਿੰਦਾ ਵੀ ਜੋ ਲੈਣਾ ਲੈ ਲਓ, ਤੇ ਲਾਲਚੀ ਹੁੰਦਾ ਤੇ ਉਹ ਕਹਿ ਦਿੰਦਾ ਵੀ ਤੁਸੀਂ ਘਰੋਂ ਬਾਹਰ ਨਿਕਲੋ, ਮੈਂ ਘਰ ਹੀ ਲਾ ਲੈਂਦਾ, ਸਭ ਕੁਝ ਮੈਨੂੰ ਦੇ ਦਿਓ। ਇਹ ਬੜੇ ਲੋਕਾਂ ਨੇ ਮੁਕੱਦਮੇ ਕੀਤੇ ਹੋਏ, ਭਰਾ ਦੀ ਜਾਇਦਾਦ ਹੜੱਪਣ ਲਈ ਤਿਆਰ ਬੈਠਾ। ਕੋਈ ਕਿਸੇ ਨੂੰ ਨਹੀਂ ਛੱਡਦਾ। हवस के बंदे खुदा को बेच देते हैं। बड़े सोहने एक आलम दे दो बोल ने, हवस के बंदे वफा को बेच देते हैं, खुदा के घर की क्या कहिए खुदा को बेच देते हैं। सौदा करने वाला कोई मिल जाए, तो जे खुदा का भी सौदा हो जाए
ਧਰਮ ਮੰਦਰਾਂ ਦਾ, ਗੁਰਦੁਆਰਿਆਂ ਦਾ ਤਾਂ ਸੌਦਾ ਕਈਆਂ ਨੇ ਕੀਤਾ ਹੋਇਆ, ਸਾਹਮਣੇ ਆ ਜਾਂਦਾ ਹੈ ਸਭ ਕੁਝ, ਗੁਪਤ ਨਹੀਂ ਰਹਿੰਦਾ। हवस के बंदे वफा को बेच देते हैं, खुदा के घर की क्या कहिए, खुदा को बेच देते हैं। कोई लोभी लालची होंदा ते कहंदा अपनी दुकान मैनू दे छड़। कुछ मसंद इस तरह हो भी गए सन, फिर महाराज 10वें पातशाह जी नूं साड़ने भी पए सन, आप नूं पता है, इतिहास तुसीं वाचिया होया है। पर महा संतोखी हिरदा आख्या होर कुछ नहीं चाहिदा, बस एक हिंदुस्तानी पोशाक बना देवो। सुनत बंद कर पनह बहोरा। बड़े हाथ जोड़ के प्रेम नाल भाई बहोड़ा जी ने आख्या, मैं बनवाओ देव होए पोरा। आख्या कोई वड्डी गल नहीं है, गुरसिख जी सवेरे होंदियां ही बनवा देवांगे। पर कै सुपते निशा इस बिताई। तरह शाम नूं आराम लई बिराजे हन, जागे तब प्रभात होया। ते सवेरे अमृत वेले जागे हन सारे। साथ बहोड़े उठ कर पाखा। फिर बहोड़ा जी नूं आख्या गया, अस पोसिस की मुझे अभिलाखा। बहादुर बाबा बिधि चंद जी नूं भाई बहोड़ा जी ने पूछा, दसो पोशाक दा रंग ਕਿਹੜਾ ਹੋਵੇ, ਕਿੰਨਾ ਉਹਦਾ ਤੁਹਾਡਾ ਨਾਪ ਤੋਲ ਜੋ ਸਰੀਰ ਦਾ ਦਰਜੀ ਲੋਕ ਲੈਂਦੇ ਨੇ, ਟੇਲਰ ਮਾਸਟਰ ਲੈਂਦੇ ਨੇ। ਪੁੱਛਿਆ ਗਿਆ ਵੀ ਦੱਸੋ ਕਿਸ ਤਰ੍ਹਾਂ ਦਾ ਰੰਗ ਹੋਵੇ, ਕਿਸ ਤਰ੍ਹਾਂ ਦੀ ਕਢਾਈ ਆਦਿਕ ਹੋਵੇ। ਸੁਖਮ ਸੂਤ ਵਸਤਰ ਬਰਚੀਨੋ। ਤੇ ਬਹਾਦਰ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਬੜਾ ਬਾਰੀਕ ਬਸਤਰ ਹੋਵਣ, ਸੂਖਮ ਭਾਵ ਗਰਮੀਆਂ ਵਿੱਚ ਪਾਉਣ ਵਾਲੇ ਜਿਵੇਂ ਕੱਪੜੇ ਹੁੰਦੇ ਨੇ ਨਾ, ਬਾਰੀਕ ਹੋਵਣ। ਤਿਸਕੇ ਕਰੋ ਪਿਰਾਹਨ ਤੀਨੋ। ਤੇ ਉਸ ਦੇ ਵੱਡੇ 3 ਚੋਲੇ ਮੈਨੂੰ ਬਣਾ ਦਿਓ। ਪਿਰਾਹਨ ਇਰਾਨੀ ਲਿਬਾਸ ਨੂੰ ਕਹਿੰਦੇ, ਜਿਹੜਾ ਲੰਬਾ ਗਿੱਟਿਆਂ ਤੱਕ ਹੁੰਦਾ, ਜਿਹੜੇ ਆਮ ਕਰਕੇ ਇੱਧਰ ਮਿਡਲ ਈਸਟ ਦੇ ਸ਼ੇਖ ਆਦਿਕ ਪਾਉਂਦੇ ਨੇ, ਉਸ ਤਰ੍ਹਾਂ ਦੇ 3 ਚੋਲੇ ਬਣਵਾ ਦਿਓ। ਇੱਕ ਵੱਡੋ ਜਾਨੂ ਤੇ ਤਰੇ। ਇੱਕ ਚੋਲਾ ਵੱਡਾ ਹੋਵੇ ਜਿਹੜਾ ਗੋਡਿਆਂ ਤੋਂ ਥੱਲੇ ਤੱਕ ਜਾਵੇ, ਕੋਈ 4 ਉਂਗਲਾਂ 6 ਉਂਗਲਾਂ ਗੋਡਿਆਂ ਤੋਂ ਥੱਲੇ ਤੱਕ ਹੋਵੇ। ਦੁਤਿਓ ਛੋਟਾ ਤਿਸ ਤੇ ਕਰੇ। ਤੇ ਦੂਜਾ ਚੋਲਾ ਉਸ ਤੋਂ 4-6 ਉਂਗਲਾਂ ਛੋਟਾ ਰੱਖਣਾ, ਪਹਿਲਾ ਗੋਡਿਆਂ ਤੋਂ 4-6 ਉਂਗਲਾਂ ਥੱਲੇ, ਦੂਜਾ ਗੋਡਿਆਂ ਤੱਕ ਹੋਵੇ। ਇਸ ਤੇ ਛੋਟਾ ਤੀਸਰ ਹੋਏ। ਫਿਰ ਉਸ ਤੋਂ 4-6 ਉਂਗਲਾਂ ਛੋਟਾ ਗੋਡਿਆਂ ਤੋਂ ਉੱਤੇ ਹੋਵੇ। ਪਾਏ ਨੇ ਤੂੰ ਪਜਾਮਾ ਜੋ। ਤੇ ਪੈਰੀਂ ਪਾਉਣ ਵਾਸਤੇ ਪਜਾਮਾ ਵੀ ਨਾਲ ਸੋਹਣਾ ਹੋਵੇ। ਗੁਲਫ ਲਗੇ ਹੋਵੇ ਵੱਡ ਚੌੜਾ। ਨਾਲ ਉਹਦੇ ਚੌੜਾ ਗੁਲਫ ਲਾਉਣਾ ਹੈ, ਜਿਹੜੀ ਪਜਾਮੇ ਦੀ ਥੱਲੇ ਕਿਨਾਰੀ ਹੁੰਦੀ ਹੈ ਉਹ ਚੌੜੀ ਤੇ ਸੋਹਣੀ ਹੋਵੇ। ਘੇਰਦਾਰ ਦਿਖੇ ਜਿਮ ਗੋਰਾ। ਔਰ ਇਸ ਤਰ੍ਹਾਂ ਦੇ ਨਾਲ ਜਿਹਨੂੰ ਦੇਖ ਕੇ ਸੋਹਣਾ ਘੇਰੇ ਵਾਲਾ ਪਜਾਮਾ, ਰੇਬ ਪਜਾਮਾ ਹੋਵੇ, ਤੇ ਜਿਹਨੂੰ ਦੇਖ ਕੇ ਗੋਟਾ ਜਿਹੜਾ ਥੱਲੇ ਕਿਨਾਰੀ ਲੱਗੇ ਚੌੜੀ ਹੋਵੇ, ਜਿਹਨੂੰ ਦੇਖ ਕੇ ਉਹ ਭਾਰੇ ਵਜਨ ਵਾਲਾ ਲੱਗੇ। ਹਾਂਜੀ, ਸੁੰਦਰ ਤੇ ਇਜਾਰ ਬੰਦ ਪਾਏ। ਤੇ ਵਿੱਚ ਹਜ਼ਾਰਬੰਦ ਵੀ ਸੋਹਣਾ ਪਾਉਣਾ ਹੈ, ਫੁੰਮਣਾ ਵਾਲਾ। ਅੱਜ ਤਿਆਰ ਇਹੋ ਦਿਹੋ ਕਰਵਾਏ। ਅੱਜ ਮੈਨੂੰ ਇਹ ਤਿਆਰ ਕਰਵਾ ਦਿਓ। ਲਾਂਬੀ ਗਜਨ ਬਿਖੈ ਇੱਕ ਪਾਗ। ਸੋਹਣੀ 8-9-10 ਗੱਜ ਦੀ ਲੰਬੀ ਦਸਤਾਰ ਹੋਵੇ, ਜਿਸ ਕੇ ਛੋਰ ਜਰੀ ਵੱਡ ਲਾਗ। ਤੇ ਉਹਦੇ ਇੱਕ ਕਿਨਾਰੇ ਤੇ ਸੋਹਣਾ ਜਰੀਦਾਰ ਗੋਟਾ ਲੱਗਿਆ ਹੋਇਆ ਹੋਵੇ, ਜਿਹੋ ਜਿਹੇ ਸ਼ਾਹੂਕਾਰ ਆਮ ਪਾਉਂਦੇ ਸਨ। ਪੀਛੇ ਹੀ ਨੋਕ ਦਰਾਜ। ਔਰ ਇਸ ਤਰ੍ਹਾਂ ਦੇ ਨਾਲ ਬੜਾ ਸੋਹਣਾ ਲਿਖਿਆ ਭਾਈ ਸਾਹਿਬ ਜੀ ਨੇ ਕਿ ਅੱਡੀ ਤੋਂ ਬਿਨਾਂ ਲੰਮੀ ਨੋਕ ਵਾਲੀ ਜੁੱਤੀ ਚਾਹੀਦੀ, ਜਿਵੇਂ ਖੁੱਸਾ ਹੁੰਦਾ ਨਾ, ਅੱਡੀ ਪਿੱਛੇ ਨਹੀਂ ਹੁੰਦੀ, ਸਾਹਮਣੇ ਨੋਕ ਵਾਲੀ ਹੁੰਦੀ। ਇਹ 2 ਮੈਨੂੰ ਚਾਹੀਦੇ ਹਨ। ਜੋਰਾ ਜ਼ਰੀ ਛੋਰ ਜ਼ਰ ਵੱਡ ਲਾਗ। ਔਰ ਇਸ ਤਰ੍ਹਾਂ ਦੇ ਨਾਲ ਬੜਾ ਸੋਹਣਾ ਭਾਈ ਸਾਹਿਬ ਜੀ ਨੇ ਲਿਖਿਆ, ਜਿਸਕੇ ਸ਼ੋਰ ਜਰੀ ਬੜ ਲਾਗ, ਪਿੱਛੇ ਹੀਨੋ ਨੇਕ ਨੋਕ ਦਰਾਜ, ਜੋਰਾ ਜਰੀ ਕਰਨ ਜੁਗਤ ਲਿਵਾਜ। ਤੇ ਜਿਹੜਾ ਜੋੜਾ ਹੈ ਉਹ 2 ਜੋੜੇ ਸੋਹਣੇ ਅੱਜ ਹੀ ਖਰੀਦ ਲਵੋ। ਰਹੇ ਜਾਮ ਦਿਨ ਮੈਂ ਤਬ ਆਊਂ। ਔਰ ਫਿਰ ਹੁਣ ਮੈਂ ਜਾਂਦਾ ਹਾਂ ਦਰਿਆ ਕਿਨਾਰੇ,
ਮੈਨੂੰ ਲੱਗਦਾ ਹੈ ਉੱਥੇ ਹੀ ਪਹੁੰਚੇ ਨੇ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਆਪਣਾ ਸਰੀਰ ਤਿਆਗਿਆ। ਜਿਹੜਾ ਇੰਨਾ ਲੰਮਾ ਸਮਾਂ 3-3 ਪਹਿਰ ਦਰਿਆ ਦੇ ਕਿਨਾਰੇ ਬੈਠੇ ਨੇ, ਇਹ ਹੋਰ ਕਿਤੇ ਨਹੀਂ ਗਏ, ਲੱਗਦਾ ਉੱਥੇ ਹੀ ਗਏ ਹਨ ਜਿੱਥੇ ਗੁਰੂ ਅਰਜਨ ਦੇਵ ਜੀ ਨੇ ਆਪਣਾ ਦਰਿਆ ਦੇ ਕਿਨਾਰੇ ਸਰੀਰ ਤਿਆਗਿਆ ਹੈ। ਸੋਚ ਸਨਾਨ ਕਰਨ ਅਬ ਜਾ, ਆਖਿਆ ਮੈਂ ਹੁਣ ਦਰਿਆ ਵਿੱਚ ਇਸ਼ਨਾਨ ਕਰਨ ਜਾ ਰਿਹਾ ਹਾਂ। ਅੱਛੀ ਬਾਤ ਬਹੋਰੇ ਤੇ ਕਹੀ, ਭਾਈ ਬਹੋੜੇ ਨੇ ਹੱਥ ਜੋੜ ਕੇ ਕਿਹਾ ਜੀ 7 ਬਚਨ, ਜੋ ਤੁਹਾਡੀ ਆਗਿਆ ਹੈ, ਜਿਸ ਤਰ੍ਹਾਂ ਦਾ ਤੁਸੀਂ ਕਿਹਾ ਹੈ ਉਹ ਝਟਪਟ ਤਿਆਰ ਕਰਵਾ ਦਿੰਦੇ ਹਾਂ। ਬਨੇ ਤਿਆਰ ਕਿੰਬਿਲ ਮਹਿ ਨਹੀਂ, ਤੇ ਕੋਈ ਦੇਰੀ ਨਹੀਂ ਹੋਵੇਗੀ, ਤੁਹਾਡੇ ਆਉਣ ਤੱਕ ਇਹ ਸਭ ਕੁਝ ਤਿਆਰ ਹੋਵੇਗਾ। ਵਿਧੀਏ ਬੜੇ ਚਾਦਰੇ ਸੰਗ, ਔਰ ਇਸ ਤਰ੍ਹਾਂ ਦੇ ਨਾਲ ਬਹਾਦਰ ਬਾਬਾ ਬਿਧੀ ਚੰਦ ਜੀ ਨੇ ਬੜੀ ਜਿਹੜੇ ਵੱਡਾ ਚਾਦਰਾ ਸੀ ਉਹਦੇ ਨਾਲ ਕਰੇ ਅਛਾਦਨ ਸਗਰੇ ਅੰਗ, ਆਪਣੇ ਆਪ ਨੂੰ ਸਾਰੇ ਸਰੀਰ ਨੂੰ ਆਸਾਦਨ ਕੀਤਾ ਹੋਇਆ, ਢਕਿਆ ਹੋਇਆ ਹੈ ਵੱਡੇ ਚਾਦਰੇ ਨਾਲ। ਨਿਕਸਿਓ ਸਦਨ ਗਇਓ ਪੁਰ ਛੋਰ, ਘਰੋਂ ਨਿਕਲ ਕੇ ਤੇ ਨਗਰ ਤੋਂ ਬਾਹਰ ਆ ਗਏ ਹਨ। ਰਾਤੀ ਤੀਰ ਦੂਰ ਕਿਤ ਔਰ, ਔਰ ਇਸ ਤਰ੍ਹਾਂ ਦੇ ਨਾਲ ਭਾਈ ਸਾਹਿਬ ਜੀ ਨੇ ਬੜਾ ਸੋਹਣਾ ਲਿਖਿਆ ਹੈ, ਰਾਵੀ ਤੀਰ ਦੂਰ ਕਿਤ ਔਰ, ਰਾਵੀ ਦੇ ਕਿਨਾਰੇ ਕਿਨਾਰੇ ਦੂਰ ਕਿਸੇ ਪਾਸੇ ਨੂੰ ਜਾ ਰਹੇ ਹਨ। ਔਰ ਉਹ ਪਾਸਾ ਰਮਜ ਵਿੱਚ ਭਾਈ ਸਾਹਿਬ ਕਹਿ ਰਹੇ ਨੇ, ਮੇਰਾ ਮਨ ਕਹਿੰਦਾ ਵੀ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਵਾਲੇ ਥਾਂ ਹੀ ਪਹੁੰਚੇ ਹਨ। ਸੋਚ ਸਨਾਨ ਠਾਨ ਕਰ ਬਾਰੀ, ਕਿਰਿਆ ਕਰਕੇ ਇਸ਼ਨਾਨ ਕਰਕੇ ਜਲ ਨਾਲ ਗੁਰੂ ਗਿਰਾ ਜਪ ਆਦ ਉਚਾਰੀ, ਤੇ ਸਤਿਗੁਰੂ ਜੀ ਦੀ ਗਿਰਾ ਬਾਣੀ ਜਪਜੀ ਸਾਹਿਬ ਆਦਿਕ ਪਾਠ ਕੀਤਾ। ਤੀਨ ਪਹਿਰ ਪੁਨ ਬਹਿਰ ਬਿਤਾਏ, ਇਸ ਤਰ੍ਹਾਂ 3 ਪਹਿਰ ਤੱਕ ਉਹਨਾਂ ਨੇ ਦਰਿਆ ਕਿਨਾਰੇ ਹੀ ਬਿਤਾਏ ਹਨ। ਸਦਨ ਬਹੋਰੇ ਪ੍ਰਭਸਿਓ ਤੇ ਆਏ, ਦਿਨ ਦੇ ਚੌਥੇ ਪਹਿਰ ਲੋਢੇ ਵੇਲੇ ਭਾਈ ਬਹੋੜੇ ਦੇ ਘਰ ਆ ਪਹੁੰਚੇ ਹਨ। ਮੰਚ ਬਸਾਏ ਸਹਤ ਜਨਮਾ ਸਨਮਾਨ, ਬਹੁਤ ਸਨਮਾਨ ਸਹਿਤ ਫਿਰ ਉਹਨਾਂ ਨੇ ਪਲੰਗ ਤੇ ਬਿਠਾਇਆ, ਸਨਮਾਨ ਕੀਤਾ। ਤਿਆਰ ਆਹਾਰ ਕਰਿਓ ਰਸਨਾਨਾ, ਤਰ੍ਹਾਂ ਤਰ੍ਹਾਂ ਦੇ ਭੋਜਨ ਰਸਦਾਇਕ ਬਹਾਦਰ ਬਾਬਾ ਬਿਧੀ ਚੰਦ ਜੀ ਨੂੰ ਅਰਪਣ ਵਾਸਤੇ, ਛਕਾਉਣ ਵਾਸਤੇ ਉਹਨਾਂ ਦੀ ਧਰਮ ਸੁਪਤਨੀ ਨੇ ਤਿਆਰ ਕੀਤੇ ਹੋਏ ਹਨ। ਹੋਤੀ ਬਹੋਰੇ ਕੀ ਤਬ ਤ੍ਰਿਆ, ਜਿਹੜੀ ਭਾਈ ਬਹੋੜਾ ਜੀ ਦੀ ਸੁਪਤਨੀ ਹੈ, ਭੋਜਨ ਸਭ ਅਚਵਾਵਨ ਕੀਆ, ਉਸਨੇ ਬੜੇ ਪ੍ਰੇਮ ਨਾਲ ਗੁਰੂ ਸਰੂਪ ਜਾਣਦਿਆਂ ਹੋਇਆਂ ਬਹਾਦਰ ਬਾਬਾ ਬਿਧੀ ਚੰਦ ਜੀਆਂ ਨੂੰ ਭੋਜਨ ਕਰਵਾਇਆ। ਸੰਧਿਆ ਲਗੋ ਤਿਆਰ ਕਰਵਾਏ, ਔਰ ਇਸ ਤਰ੍ਹਾਂ ਦੇ ਨਾਲ ਸ਼ਾਮ ਤੱਕ ਸਭ ਕੁਝ ਜੋ ਕੁਝ ਕਿਹਾ ਸੀ ਬਸਤਰ ਆਦਿਕ ਤਿਆਰ ਹੋ ਗਏ। ਸਭ ਪੋਸਿਸ ਕੋ ਸੁਭ ਬਣਵਾਏ, ਬੜੇ ਸੋਹਣੇ ਤਰੀਕੇ ਨਾਲ ਚੰਗੇ ਦਰਜੀ ਕੋਲੋਂ ਬਣਵਾ ਕੇ ਆਨ ਬਹੋਰੇ ਧਰੀ ਅਗਾਰੀ, ਤੇ ਭਾਈ ਬਹੋੜਾ ਜੀ ਨੇ ਉਹ ਸਾਰੀ ਜਿਹੜੀ ਡਰੈਸ ਬਣਵਾਈ ਸੀ ਉਹ ਸਾਰਾ ਲਿਆ ਕੇ ਸਤਿਕਾਰ ਸਹਿਤ ਅੱਗੇ ਰੱਖ ਦਿੱਤਾ। ਇੱਕ ਪਰਸਨ ਹੋਏ ਖੁਸ਼ੀ ਉਚਾਰੀ, ਦੇਖ ਕੇ ਬਹਾਦਰ ਬਾਬਾ ਬਿਧੀ ਚੰਦ ਬੜੇ ਖੁਸ਼ ਹੋਏ ਤੇ ਆਖਣ ਲੱਗੇ, ਵਾਹ ਗੁਰੂ ਪਾਤਸ਼ਾਹ, ਜਿਹੋ ਜਿਹਾ ਲਿਬਾਸ ਮੈਂ ਸੋਚਿਆ ਸੀ ਤੁਸੀਂ ਉਸ ਤੋਂ ਵੀ ਵਧੀਆ ਭੇਜ ਦਿੱਤਾ। ਇਹ ਹੁੰਦਾ ਹੈ ਸਾਧ ਸੰਗਤ। ਤੁਸੀਂ ਵੀ ਕਈ ਵਾਰੀ ਕਹਿੰਦੇ ਹੋ ਬਈ ਮਕਾਨ ਜਿੰਨਾ ਸੋਹਣਾ ਬਣ ਗਿਆ, ਸੋਚਿਆ ਨਹੀਂ ਸੀ ਇੰਨਾ ਸੋਹਣਾ ਬਣ ਜਾਏਗਾ। ਬਈ ਸਫ਼ਰ 'ਚ ਆਏ ਆ, ਜਿੰਨਾ ਵਧੀਆ ਸਫ਼ਰ ਲੰਘਿਆ ਸੋਚਿਆ ਨਹੀਂ ਸੀ ਇੰਨਾ ਵਧੀਆ ਲੰਘੇਗਾ। ਇਹ ਕੰਮ ਜਿੰਨਾ ਚੰਗਾ ਹੋ ਗਿਆ ਸੋਚਿਆ ਨਹੀਂ ਸੀ ਇੰਨਾ ਚੰਗਾ ਹੋ ਜਾਏਗਾ, ਤੇ ਜੇ ਸੋਚਿਆ ਵੀ ਨਹੀਂ ਸੀ ਫਿਰ ਚੰਗਾ ਕਿਵੇਂ ਹੋ ਗਿਆ? ਇਹਦਾ ਮਤਲਬ ਹੈ ਗੁਰੂ ਵਿੱਚ ਆ ਗਿਆ, ਗੁਰੂ ਨੇ ਚੰਗਾ ਕਰ ਦਿੱਤਾ। ਬੜੀ ਵਾਰੀ ਤੁਸੀਂ ਦਸਤਾਰ ਸਜਾਉਂਦੇ ਹੋ ਤੇ ਫਿਰ ਕਹਿੰਦੇ ਹੋ ਲੈ ਬਈ ਅੱਜ ਤਾਂ ਬੜੀ ਸੋਹਣੀ ਸੱਜ ਗਈ। ਕਾਰਨ ਕੀ ਹੈ? ਗੁਰੂ ਦੀ ਮਿਹਰ ਵਰਤ ਗਈ, ਗੁਰੂ ਦੀ ਕਲਾ ਵਰਤ ਗਈ। ਨਹੀਂ ਤੇ 3-3 ਵਾਰੀ ਢਾਹ ਕੇ ਫੇਰ ਬੰਨ੍ਹਦੇ ਨੇ, ਫੇਰ ਨਹੀਂ ਵੱਜਦੀ। ਵੱਜ ਜਾਂਦੀ ਹੈ, ਸੱਜਦੀ ਨਹੀਂ। ਤੇ ਮਹਾਰਾਜ ਦੀ ਕਲਾ ਵਰਤ ਜਾਵੇ ਤੇ ਭੋਜਨ ਇੰਨਾ ਸਵਾਦ ਬਣ ਜਾਂਦਾ, ਹਰ ਛਕਣ ਵਾਲਾ ਤਾਰੀਫ ਕਰਦਾ। ਤੇ ਕਲਾ ਨਹੀਂ ਵਰਤੀ ਤੇ ਅਗਲਾ ਖਾਂਦਾ ਵੀ ਹੈ ਤੇ ਨੱਕ ਵੱਟ ਵੀ ਪਾਉਂਦਾ, ਮੱਥੇ ਵੱਟ ਵੀ ਪਾਉਂਦਾ ਵੀ ਕਿਹਨੇ ਬਣਾਇਆ, ਕਿਹਨੇ ਬਣਾਇਆ। ਕਈ ਵਾਰੀ ਮਜਬੂਰੀ 'ਚ ਕਹਿਣਾ ਤਾਂ ਪੈਂਦਾ ਹੈ,
ਬਈ ਬੜਾ ਵਧੀਆ ਬਣਿਆ, ਪਰ ਅੰਦਰੋਂ ਗਾਲਾਂ ਹੀ ਕੱਢਦਾ ਹੁੰਦਾ। ਜੇ ਚੰਗਾ ਬਣ ਗਿਆ, ਚੰਗਾ ਹੋ ਗਿਆ, ਤਾਂ ਇਹਦਾ ਮਤਲਬ ਇਹ ਹੈ ਗੁਰੂ ਵਿੱਚ ਆ ਕੇ ਖਲੋ ਗਿਆ। ਵਿੱਚ ਕਰਤਾ ਪੁਰਬ ਖਲੋਆ, ਵਾਲ ਨਾ ਵਿਗਾ ਹੋਆ, ਮੱਜਨ ਗੁਰ ਆਂਦਾ ਰਾਸੇ, ਜਪ ਹਰ ਹਰ ਕਿਲ ਵਿਖਨਾਸੇ। ਗੁਰੂ ਵਿੱਚ ਆ ਜਾਏ ਤੇ ਫਿਰ ਜਿੰਨਾ ਚੰਗਾ ਸੋਚਿਆ ਹੁੰਦਾ ਉਸ ਤੋਂ ਵੀ ਚੰਗਾ ਬਣ ਜਾਂਦਾ। ਜਿਸ ਮੰਦਰ 'ਚ ਤੁਸੀਂ ਬੈਠੇ ਹੋ ਨਾ, ਇਹ ਮਹਾਨ ਪਵਿੱਤਰ ਆਤਮਾ ਠੱਠੇ ਟਿੱਬੇ ਵਾਲੇ ਮਹਾਂਪੁਰਖ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਬਣਾਇਆ। ਕੋਈ ਪਿੱਲਰ ਤੇ ਨਹੀਂ ਪਾਇਆ, ਵਿੱਚ ਦਿਖਦਾ ਕੋਈ ਪਿੱਲਰਲੈਸ ਹੈ। ਇੰਨਾ ਸੋਹਣਾ ਬਣ ਗਿਆ ਤੇ ਪ੍ਰੇਮੀਆਂ ਨੇ ਕਿਹਾ ਮਹਾਰਾਜ ਨਕਸ਼ਾ ਕਿੱਥੋਂ ਬਣਵਾਇਆ? ਤੇ ਸੰਤ ਬਾਬਾ ਕਰਤਾਰ ਸਿੰਘ ਕਹਿਣ ਲੱਗੇ ਨਕਸ਼ਾ ਕੀ ਬਣਵਾਉਣਾ, ਅਸੀਂ ਤਾਂ ਕਲਮ ਨਕਸ਼ਾ ਬਣਾਉਣ ਵਾਲੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ 'ਚ ਰੱਖ ਦਿੱਤੀ ਸੀ, ਫਿਰ ਉਹਨਾਂ ਨੇ ਕਲਮ ਪਕੜ ਕੇ ਆਪ ਹੀ ਨਕਸ਼ਾ ਬਣਾ ਦਿੱਤਾ ਹੈ। ਤੇ ਬ੍ਰਹਮ ਗਿਆਨੀ ਆਤਮਾ ਸੀ ਸੰਤ ਬਾਬਾ ਕਰਤਾਰ ਸਿੰਘ ਜੀ ਠੱਠੇ ਟਿੱਬੇ ਵਾਲੇ ਮਹਾਂਪੁਰਖ। ਅਤ ਕਥਨੀ ਨਹੀਂ ਕਹਿ ਸਕਦੇ, ਜੋ ਹੋਇਆ ਉਹਨਾਂ ਉਹੀ ਕਿਹਾ ਬਈ ਅਸੀਂ ਤਾਂ ਕਲਮ ਮਹਾਰਾਜ ਦੇ ਹੱਥ 'ਚ ਪਕੜਾਈ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਬਣਾ ਦਿੱਤਾ। ਔਰ ਸੱਚ ਜਾਣਨਾ, ਇਹ ਨਕਸ਼ਾ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਨਹੀਂ ਬਣਾਇਆ। ਇਹ ਜਿਹੜਾ ਮੰਦਰ ਬਣਿਆ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਹੀ ਬਣਾਇਆ, ਹੋਰ ਕੋਈ ਦਿਖਾਈ ਨਹੀਂ ਪੈਂਦਾ। ਗੁਰੂ ਦੀ ਕਲਾ ਵਰਤ ਜਾਂਦੀ ਹੈ, ਹਰ ਚੀਜ਼ ਵਧੀਆ ਹੋ ਜਾਂਦੀ ਹੈ। ਬਹਾਦਰ ਬਾਬਾ ਬਿਧੀ ਚੰਦ ਜੀ ਕਹਿਣ ਲੱਗੇ ਤਾਂ ਮਹਾਰਾਜ ਨੇ ਕਿਰਪਾ ਕਰ ਦਿੱਤੀ, ਇੰਨਾ ਸੋਹਣਾ ਸੋਚਿਆ ਨਹੀਂ ਸੀ ਜਿੰਨਾ ਬਣ ਗਿਆ ਹੈ। ਸਿੱਖਨ ਕੀ ਸੇਵਾ ਸਿੱਖ ਕਰ। ਤੇ ਮਹਾਰਾਜ ਦੇ ਪਿਆਰ ਵਿੱਚ ਆ ਕੇ ਵੀ ਕਹਿਣ ਲੱਗੇ ਭਾਈ ਬੋੜਾ ਜੀ, ਜਿਹੜਾ ਸਿੱਖ ਸਿੱਖਾਂ ਦੀ ਸੇਵਾ ਕਰਦਾ, ਜਿਹੜਾ ਸਿੱਖ ਸਿੱਖਾਂ ਦਾ ਸਨਮਾਨ ਕਰਦਾ ਹੈ, ਨਿਜ ਤੇ ਬਦ ਗੁਰ ਲੇਖੇ ਧਰ। ਭਾਈ ਬਹੋੜਾ ਜੀ, ਜਿਹੜਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ ਸੁਭਾਅ ਹੈ ਨਾ, ਗੁਰੂ ਨਾਨਕ ਦੇਵ ਮਹਾਰਾਜ ਜੀ ਹਨ, ਜਿਹੜਾ ਵੀ ਕੋਈ ਸਿੱਖ ਗੁਰੂ ਦਾ ਸਿੱਖ ਜਾਣ ਕੇ ਸਿੱਖ ਦੀ ਸੇਵਾ ਕਰਦਾ ਹੈ ਤੇ ਕੋਈ ਸਿੱਧਾ ਗੁਰੂ ਦੀ ਸੇਵਾ ਕਰਦਾ। ਇਹ ਬਚਨ ਸਮਝਣਾ ਬੜਾ ਕੀਮਤੀ। ਸਿੱਧਾ ਗੁਰੂ ਦੀ ਸੇਵਾ ਕਰਦਾ, ਗੁਰੂ ਸਾਹਿਬ ਉਹਨੂੰ ਵੀ ਫਲ ਦਿੰਦੇ ਨੇ, ਉਹਦੇ ਤੇ ਖੁਸ਼ੀ ਜ਼ਾਹਰ ਕਰਦੇ ਨੇ, ਝੋਲੀਆਂ ਭਰਦੇ ਨੇ। ਪਰ ਜਿਹੜਾ ਗੁਰੂ ਦੇ ਸਿੱਖ ਨੂੰ ਗੁਰੂ ਦਾ ਰੂਪ ਜਾਣ ਕੇ ਸੇਵਾ ਕਰਦਾ, ਗੁਰੂ ਸਾਹਿਬ ਆਪਣੀ ਸੇਵਾ ਨਾਲੋਂ ਉਹਨੂੰ ਸਵਾਇਆ ਫਲ ਦਿੰਦੇ। ਆਪਣੀ ਸੇਵਾ ਤੋਂ ਵੀ ਜ਼ਿਆਦਾ ਪ੍ਰਸੰਨ ਮਹਾਰਾਜ ਉਸ 'ਤੇ ਹੁੰਦੇ ਨੇ। ਭਾਈ ਬਹੋੜਾ ਜੀ, ਜਿਹੜਾ ਸਿੱਖਾਂ ਦੀ ਸੇਵਾ ਕਰਦਾ ਹੈ, ਮੇਰੋ ਜਾਨ ਮਾਨਿਨ ਕੀਨ। ਕਿਉਂਕਿ ਗੁਰੂ ਸਮਝਦਾ ਵੀ ਮੇਰਾ ਸਿੱਖ ਜਾਣ ਕੇ ਇਹਨੇ ਮਾਣ ਕੀਤਾ ਹੈ। ਕਹਿ ਭਾਉ ਹੋਏ ਗੁਰੂ ਪ੍ਰਸੀਨ। ਬਹੁਤ ਭਾਵਨਾ ਦੇਖ ਕੇ ਮਹਾਰਾਜ ਪ੍ਰਸੰਨ ਹੋ ਜਾਂਦੇ ਹਨ। ਸੁੰਦਰ ਇੱਕ ਗੁੱਛਾ ਸੰਗਰੀ। ਆਖਿਆ ਇੱਕ ਸੰਗਲੀਆਂ ਦਾ ਗੁੱਛਾ ਵੀ ਮੰਗਾ ਦਿਓ, ਇੱਕ ਮੁੱਠਾ ਸੰਗਲੀਆਂ ਵੀ ਮੰਗਾ ਦੇਵੋ। ਦਿਓ ਕਰਵਾਏ ਲੁਹਾਰ ਪ੍ਰਵੀਨ। ਕੋਈ ਸਿਆਣਾ ਲੋਹਾਰ ਦੇਖ ਕੇ ਤੇ ਸੋਹਣੀਆਂ ਚਮਕਦਾਰ ਸੰਗਲੀਆਂ ਇੰਨੀਆਂ ਸਾਰੀਆਂ ਇੱਕ ਮੁੱਠਾ ਭਰ ਕੇ ਕੋਈ ਬਣਾ ਦੇਵੇ। ਪਰ ਹੁਣ ਇਹ ਸੰਗਲੀਆਂ ਕੀ ਕਰਨੀਆਂ ਹਨ, ਇਹ ਲਿਬਾਸ ਕਿਸ ਲਈ ਬਣਾਇਆ ਹੈ, ਇਹ ਸਾਰੀ ਵਿਚਾਰ ਹੁਣ ਕੱਲ੍ਹ ਗੁਰੂ ਮਿਹਰ ਸਦਕਾ ਆਪ ਸਰਵਣ ਕਰੋਗੇ। ਇਸ ਵੇਲੇ ਸਮੇਂ ਦਾ ਤਕਾਜ਼ਾ ਹੈ। ਕੱਲ੍ਹ 3 ਤਾਰੀਖ ਹੈ, 3 ਸੈਪਟੰਬਰ, ਔਰ ਮਹਾਰਾਜ ਜੀ ਦੇ ਸ਼ਸਤਰਾਂ ਦੇ ਦੀਦਾਰ ਤੋਂ ਬਾਅਦ ਬਿਲਾਵਲ ਦੀ ਚੌਂਕੀ ਦਾ ਕੀਰਤਨ ਹੋਵੇਗਾ ਥੋੜ੍ਹਾ ਸਮਾਂ, ਅਤੇ ਫਿਰ ਉਸ ਤੋਂ ਬਾਅਦ ਮਹਾਰਾਜ ਜੀ ਦੇ ਸੁਖਾਸਨ ਹੋ ਜਾਣਗੇ। ਅਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਆ ਰਹੇ ਨੇ 7 ਤਾਰੀਖ ਨੂੰ। ਉਸ ਉਪਲਕਸ਼ ਵਿੱਚ ਕੱਲ੍ਹ ਸਾਰੇ ਮਹਾਰਾਜ ਜੀ ਦੇ ਹਰਿਮੰਦਰ ਜੀ ਦਾ, ਤਖਤ ਸਾਹਿਬ ਦਾ ਸਾਰਾ ਜਿਹੜਾ ਉਹ ਇਸ਼ਨਾਨ ਹੋਵੇਗਾ। ਜਿਹੜੇ ਸੱਜਣਾ ਕੋਲ ਸਮਾਂ ਹੋਵੇ ਉਹ ਤਕਰੀਬਨ 10 ਵਜੇ ਮਹਾਰਾਜ ਜੀ ਦੇ ਇਸ਼ਨਾਨ ਵਿੱਚ ਹਾਜ਼ਰ ਹੋ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਅੰਮ੍ਰਿਤ ਸੰਚਾਰ ਕੱਲ੍ਹ ਚੁੱਕੇ ਇੱਥੇ ਇਸ਼ਨਾਨ ਦੀ ਸੇਵਾ ਹੈ, ਅਤੇ ਕੱਲ੍ਹ ਅੰਮ੍ਰਿਤ ਸੰਚਾਰ ਨਹੀਂ ਹੋਵੇਗਾ। ਪਰਸੋਂ ਅੰਮ੍ਰਿਤ ਸੰਚਾਰ ਸਮੇਂ ਨਾਲ ਹੋਵੇਗਾ। ਜਿਨ੍ਹਾਂ ਪ੍ਰੇਮੀਆਂ ਨੇ ਅੰਮ੍ਰਿਤ ਪਾਨ ਕਰਨਾ ਹੈ ਉਹ ਆਪਣੇ ਨਾਮ ਦਫ਼ਤਰ ਵਿਖੇ ਲਿਖਵਾ ਦੇਣਗੇ।
ਤੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨਗੇ। ਬਾਰੰਬਾਰ ਸਭ ਦਾ ਹਾਰਦਿਕ ਤੌਰ ਤੇ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਬੜੀ ਇਕਾਗਰਤਾ ਤੇ ਪ੍ਰੇਮ ਨਾਲ ਆਪ ਸਭ ਨੇ ਸਰਵਣ ਕੀਤਾ। ਮਹਾਰਾਜ ਸਭ ਦੀਆਂ ਝੋਲੀਆਂ ਬਰਕਤਾਂ ਨਾਲ ਭਰ ਕੇ ਨਿਵਾਜਣ। ਆਓ ਹੁਣ 2 ਮਿੰਟ ਲਈ ਸਾਰੇ ਮਿਲ ਕੇ ਮਹਾਮੰਤਰ ਗੁਰਮੰਤਰ ਦੇ ਜਾਪ ਕਰੀਏ, ਫਿਰ ਖਿਮਾ ਪ੍ਰਾਰਥੀ ਹੋਵਾਂਗੇ, ਅਰਦਾਸ ਹੋਵੇਗੀ, ਕੋਈ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ 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 ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ ਚੈਨਲ ਨੂੰ ਸਬਸਕ੍ਰਾਈਬ ਕਰਨ ਤੋਂ ਬਾਅਦ 'ਚ ਆਲ ਨੋਟੀਫਿਕੇਸ਼ਨ ਨੂੰ ਜ਼ਰੂਰ ਔਨ ਕਰੋ ਤਾਂ ਕਿ ਸਾਡੀ ਕਥਾ ਕੀਰਤਨ ਦੀ ਹਰ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਅਤੇ ਵੀਡੀਓ ਨੂੰ ਲਾਈਕ ਕਰਨਾ ਨਾ ਭੁੱਲਣਾ ਜੀ।